PB 32 ਨਵਾਂ ਸ਼ਹਿਰ ਦੇਖ ਰਹੇ ਹਰ ਇੱਕ ਵੀਰ ਭੈਣ ਭਰਾ ਦਾ ਤੁਹਾਡੇ ਆਪਣੇ ਹੀ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਵੱਲੋਂ ਬਹੁਤ ਨਿੱਘਾ ਸਵਾਗਤ। ਸੋ ਦੋਸਤੋ, ਅੱਜ ਜਿਸ ਖਾਸ ਪਰ ਆਮ ਜਿਹਾ ਜੀਵਨ ਬਤੀਤ ਕਰਨ ਵਾਲੀ ਪਰਸਨੈਲਿਟੀ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ। ਅਗਰ ਮੈਂ ਉਹਨਾਂ ਦੀ ਅਤੇ ਉਹਨਾਂ ਦੀ ਫੈਮਿਲੀ ਦੀ ਪਿਛੋਕੜ ਦੀ ਗੱਲ ਕਰਾਂ ਤਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹ ਸਮਾਜ ਸੇਵਾ ਦਾ ਕੰਮ ਕਰ ਰਹੇ ਨੇ। ਉਹਨਾਂ ਦੇ ਪਿਤਾ ਜੀ ਨੂੰ 2 ਵਾਰ ਵੱਖਰੋ ਵੱਖਰੇ ਅਵਾਰਡ ਵਿੱਚ ਆਮ ਪਬਲਿਕ ਨੇ ਚੁਣ ਕੇ ਆਪਣਾ ਨੁਮਾਇੰਦਾ ਅਤੇ ਕਾਉਂਸਲਰ ਬਣਾਇਆ ਸੀ। 2015 ਤੋਂ ਉਹ ਖੁਦ ਵਾਰਡ ਨੰਬਰ 5 ਤੋਂ ਐਜ਼ ਅ ਕਾਉਂਸਲਰ ਸੇਵਾਵਾਂ ਨਿਭਾ ਰਹੇ ਨੇ। ਅਤੇ ਅਗਰ ਉਹਨਾਂ ਦੀ ਨੇਚਰ ਦੀ ਗੱਲ ਕਰਾਂ ਤਾਂ ਆਮ ਪਬਲਿਕ ਦੇ ਇਹ ਵਿਚਾਰ ਨੇ ਕਿ ਅਗਰ ਅੰਗਦ ਸਿੰਘ ਹੋਣਾ ਤੋਂ ਬਾਅਦ ਕੋਈ ਕਾਂਗਰਸ ਵਿੱਚ ਸੌਫਟ ਸਪੋਕਨ ਨੌਜਵਾਨ ਹੈ ਤਾਂ ਉਹਨਾਂ ਦਾ ਜਿਹੜਾ ਨਾਮ ਹੈ ਸਭ ਤੋਂ ਮੂਹਰੇ ਸ਼ਮੂਲੀਅਤ ਉਹਦੀ ਕੀਤੀ ਜਾਂਦੀ ਹੈ। ਆਓ ਬਹੁਤਾ ਸਮਾਂ ਨਾ ਲੈਂਦੇ ਹੋਏ ਤੁਹਾਨੂੰ ਮਿਲਾਉਂਦੇ ਹਾਂ ਜੀ ਸਾਡੇ ਅੱਜ ਦੇ ਗੈਸਟ ਸਚਿਨ ਦੇਵਾਨ ਜੀ ਹੋਣਾ ਨਾਲ। ਸਚਿਨ ਜੀ, ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ। ਥੈਂਕ ਯੂ ਜੀ। ਅਤੇ ਮੈਂ ਚਾਹੁੰਦਾ ਇੱਕ ਵਾਰੀ ਤੁਸੀਂ ਜ਼ਰੂਰ ਸਾਡੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਇੱਕ ਵਾਰੀ ਆਪਣੇ ਵੱਲੋਂ ਜ਼ਰੂਰ ਜਿਹੜਾ ਉਹਨਾਂ ਦਾ ਵੀ ਸਵਾਗਤ ਕਰ ਦਿਓ। ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿੰਨੇ ਵੀ PB 32 ਨਵਾਂ ਸ਼ਹਿਰ ਟੀਮ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਆ ਅਤੇ ਜਿੰਨੇ ਵੀ ਵਿਊਅਰਸ ਇਸ ਟਾਈਮ ਦੇ ਉੱਤੇ ਇਹ ਇੰਟਰਵਿਊ ਦੇਖ ਰਹੇ ਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਪ੍ਰੀਸ਼ੀਅਸ ਸਮਾਂ ਕੱਢ ਕੇ ਸਾਨੂੰ ਦੇਖ ਰਹੇ ਹੋ, ਸੁਣ ਰਹੇ ਹੋ। ਸਚਿਨ ਜੀ, ਸਭ ਤੋਂ ਪਹਿਲਾਂ ਮੇਰਾ ਸਵਾਲ ਤੁਹਾਨੂੰ ਇਹ ਹੋਏਗਾ ਕਿ ਤੁਸੀਂ ਬਿਲਕੁਲ ਠੀਕ ਠਾਕ ਹੋ। ਉਹਦਾ ਰੀਜ਼ਨ ਇਹ ਆ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੈਂ ਤੁਹਾਨੂੰ ਹੀ ਫੋਲੋ ਕਰ ਰਿਹਾ ਹਾਂ ਅਤੇ ਅੰਗਦ ਸਿੰਘ ਉਹਨਾਂ ਦੀ ਵੀ ਜਿਹੜੀ ਪ੍ਰੋਫਾਈਲ ਹੈ ਉਹ ਡੇਲੀ ਫੋਲੋ ਕਰੀਦੀ ਆ। ਅਤੇ ਹਰ ਇੱਕ ਫਰੇਮ 'ਚ ਜਿੱਥੇ ਅੰਗਦ ਸਿੰਘ ਹੋਣੀ ਹੁੰਦੇ ਨੇ ਉੱਥੇ ਤੁਹਾਨੂੰ ਵੀ ਅਸੀਂ ਦੇਖ ਲੈਂਦੇ, ਤੁਹਾਡੀ ਸ਼ਮੂਲੀਅਤ ਵੀ ਉੱਥੇ ਅਕਸਰ ਹੁੰਦੀ ਆ। ਤਾਂ ਤੁਸੀਂ ਅਕਸਰ ਦੇਖਦੇ ਆ ਕਿ ਤੁਸੀਂ ਸਿਵਲ ਹਸਪੀਟਲ 'ਚ ਹੁੰਦੇ ਹੋ, ਤੁਸੀਂ ਗਲੀਆਂ ਮੁਹੱਲਿਆਂ 'ਚ ਜਿਹੜਾ ਹੈ ਉਹਨਾਂ ਨੂੰ ਸੈਨੀਟਾਈਜ਼ ਕਰਵਾਉਂਦੇ ਹੋ, ਲੰਗਰ ਪਹੁੰਚਾਉਂਦੇ ਹੋ, ਕਿਟਸ ਪਹੁੰਚਾਉਂਦੇ ਹੋ। ਤਾਂ ਕਈ ਵਾਰ ਇੱਦਾਂ ਵੀ ਹੁੰਦਾ ਹੋਏਗਾ ਕਿ ਤੁਸੀਂ ਜਿਹੜੇ ਇਹ ਬੰਦੇ ਤੋਂ ਅਫੈਕਟਡ ਨੇ ਉਹਨਾਂ ਨੂੰ ਵੀ ਮਿਲੇ ਹੋਣਗੇ। ਤਾਂ ਤੁਸੀਂ ਠੀਕ ਠਾਕ ਹੋ? ਸਭ ਤੋਂ ਪਹਿਲਾ ਸਵਾਲ ਤਾਂ ਸਾਡਾ ਇਹ ਹੈ। ਦੇਖੋ, ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਹਾਂ ਜੀ, ਔਰ ਜਿੰਨੇ ਵੀ ਮੇਰੇ ਚਾਹਣ ਵਾਲੇ ਆ, ਜਿੰਨੇ ਮੈਨੂੰ ਲੋਕ ਮੇਰੇ ਨਾਲ ਜੁੜੇ ਹੋਏ ਆ, ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਜਿਹੜੇ ਮੇਰੀ ਹੈਲਥ ਵਾਸਤੇ ਪ੍ਰੇ ਕਰਦੇ ਰਹੇ ਆ ਅਤੇ ਉਹਨਾਂ ਦੀ ਇਹਨਾਂ ਵਿਸ਼ੇਸ ਕਾਰਨ ਮੈਂ ਬਿਲਕੁਲ ਠੀਕ ਆ। ਅਤੇ ਨੋ ਡਾਊਟ ਜਦੋਂ ਦਾ ਹੀ ਸਾਡੇ ਕਰਫਿਊ ਲੱਗਾ, ਤੁਸੀਂ ਦੇਖਦੇ ਹੋਗੇ ਕਿ ਫਰੋਮ ਦਾ ਨੈਕਸਟ ਡੇ ਜੀ ਮੈਨੂੰ ਬਾਹਰ ਨਿਕਲਣਾ ਪਿਆ। ਉਸ ਟਾਈਮ ਬਾਹਰ ਨਿਕਲਣਾ ਪਿਆ ਜਦੋਂ ਸਾਰੇ ਜਣੇ ਕਹਿ ਰਹੇ ਸੀ ਕਿ ਬਾਹਰ ਨਹੀਂ ਨਿਕਲਣਾ, ਰਿਸਕ ਆ। ਜਦੋਂ ਮੈਂ ਬਾਹਰ ਜਾਂਦਾ ਹੁੰਦਾ ਸੀ, ਮੇਰੇ ਕਈ ਰਿਲੇਟਿਵਸ ਦੇ ਕਾਲ ਆਉਂਦੀਆਂ ਹੁੰਦੀਆਂ ਸੀਗੀਆਂ, ਮੇਰੇ ਮੈਸੇਜਸ ਆਉਂਦੇ ਰਹੇ। ਸਾਰਿਆਂ ਨੇ ਇਹੀ ਕਿਹਾ ਕਿ ਆਪਣਾ ਧਿਆਨ ਰੱਖੋ। ਸੋ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਜੋ ਪ੍ਰੀਕਾਸ਼ਨਸ ਹੈਲਥ ਵਿਭਾਗ ਨੇ ਜਾਂ ਸਰਕਾਰ ਨੇ ਜੋ ਪ੍ਰੀਕਾਸ਼ਨਸ ਕਹੀਆਂ ਸੀ, ਆਪਾਂ ਉਹਨਾਂ ਨੂੰ ਲੈ ਕੇ ਪ੍ਰੋਪਰਲੀ ਮੈਂ ਕੀਤਾ ਅਤੇ ਪਰਮਾਤਮਾ ਦੇ ਦਇਆ ਨਾਲ। ਸਰ ਜੀ, ਇੱਥੇ ਵੈਸੇ ਇੱਕ ਸਵਾਲ ਇਹ ਵੀ ਹੈ ਕਿ ਜਿਹੜੀ ਸਿਚੁਏਸ਼ਨ ਹੈ ਵਾਂਸ ਇਨ ਅ ਸੈਂਚੁਰੀ ਹੁੰਦੀ ਹੈ, ਕਿਉਂਕਿ ਮਹਾਂਮਾਰੀ ਹੈ, ਯੂਨੀਕ ਸੀ। ਇਹਦੇ ਬਾਰੇ ਆਮ ਪਬਲਿਕ ਨੂੰ ਜਿਹੜਾ ਪਤਾ ਨਹੀਂ ਸੀ ਜਦੋਂ ਇਹ ਸ਼ੁਰੂ ਹੋਈ ਸੀ। ਕਿਉਂਕਿ ਅੰਗਦ ਹੋਣਾ ਨੇ ਸਭ ਤੋਂ ਪਹਿਲਾਂ ਬਹੁਤ ਵਧੀਆ ਸਟੈਪ ਲੈ ਕੇ ਉਹ ਫਰੰਟ ਲਾਈਨ 'ਤੇ ਆਏ, ਤੁਸੀਂ ਉਹਨਾਂ ਨਾਲ ਸੀਗੇ। ਉਦੋਂ ਤੁਹਾਨੂੰ ਜਿਹੜੀ ਕੀ ਗਾਈਡਲਾਈਨਸ ਆਈਆਂ ਸੀ ਸਰਕਾਰ ਵੱਲੋਂ? ਕਿਉਂਕਿ ਮੈਂ ਜਿੱਦਾਂ ਪਹਿਲੇ ਵੀ ਕਿ ਯੂਨੀਕ ਸਿਚੁਏਸ਼ਨ ਹੈ, ਕੁਛ ਨਹੀਂ ਸੀ ਪਤਾ, ਔਰ ਤੁਸੀਂ ਜਾਂ ਤੁਹਾਡੀ ਟੀਮ ਨੇ ਡਰ ਹੋ ਕੇ ਬਾਹਰ ਨਿਕਲੀ ਆ, ਉਹਦਾ ਕੀ ਕਾਰਨ ਸੀ ਅਤੇ ਤੁਸੀਂ ਉਸ ਸਮੇਂ ਕੀ ਪ੍ਰੀਕਾਸ਼ਨਸ ਲਈਆਂ? ਦੇਖੋ, ਸਾਨੂੰ ਇਹੀ ਗਾਈਡਲਾਈਨਸ ਆਈਆਂ ਸੀ ਕਿ ਇੱਕ ਤਾਂ ਸੋਸ਼ਲ ਡਿਸਟੈਂਸਿੰਗ ਨੂੰ ਆਪਾਂ ਫੋਲੋ ਕਰਨਾ, ਮਾਸਕ ਪਾਉਣਾ, ਆਪਣੇ ਹੱਥ ਜਿਹੜੇ ਆ ਸੈਨੀਟਾਈਜ਼ ਰੱਖਣੇ। ਤੁਸੀਂ ਮੇਰੀਆਂ ਵੀਡੀਓਜ਼ ਵੀ ਦੇਖਦੇ ਹੋਗੇ, ਮੈਂ ਹਰ ਵਕਤ ਉਸ ਦੌਰਾਨ ਗਲਵਜ਼ ਵੀ ਪਾ ਕੇ ਰੱਖੇ, ਮਾਸਕ ਵੀ ਪਾ ਕੇ ਰੱਖਿਆ, ਸੋਸ਼ਲ ਡਿਸਟੈਂਸਿੰਗ ਪ੍ਰੋਪਰ ਫੋਲੋ ਕੀਤੀ। ਈਵਨ ਜਦੋਂ ਅਸੀਂ ਮੁਹੱਲਿਆਂ ਦੇ ਵਿੱਚ ਜਾਂਦੇ ਹੁੰਦੇ ਸੀ ਰਾਸ਼ਨ ਵੰਡਣ ਜਾਂ ਲੰਗਰ ਦੀ ਸਪਲਾਈ ਕਰਨ, ਅਤੇ ਉਸ ਦੌਰਾਨ ਵੀ ਅਸੀਂ ਜਿੰਨੇ ਉੱਥੇ ਪਬਲਿਕ ਹੁੰਦੀ ਸੀ ਉਹਨਾਂ ਨੂੰ ਵੀ ਸਮਝਾਉਂਦੇ ਹੁੰਦੇ ਸੀ ਕਿ ਸੋਸ਼ਲ ਡਿਸਟੈਂਸਿੰਗ ਨੂੰ ਪ੍ਰੋਪਰਲੀ ਫੋਲੋ ਕਰੋ। ਔਰ ਨੋ ਡਾਊਟ ਉਹਨਾਂ ਨੇ ਵੀ ਪੂਰਾ ਸਾਡਾ ਸਹਿਯੋਗ ਦਿੱਤਾ ਅਤੇ ਉਹ ਸਾਰੀਆਂ ਜਿਹੜੀਆਂ ਗਾਈਡਲਾਈਨ ਸੀਗੀਆਂ, ਜੋ ਪ੍ਰੀਕਾਸ਼ਨ ਸੀ, ਸਾਰਿਆਂ ਨੇ ਲਈਆਂ। ਔਰ ਸਾਡੀ ਨਵਾਂ ਸ਼ਹਿਰ ਦੀ ਜਨਤਾ, ਬਾਕੀ ਮੈਂ ਫਕਰ ਨਾਲ ਕਹਿ ਸਕਦਾ ਹਾਂ ਕਿ ਬਾਕੀ ਜਿੰਨੇ ਵੀ ਮੈਂ ਗੱਲਾਂ ਸੁਣੀਆਂ ਬਾਕੀ ਸੂਬੇ ਦੀਆਂ, ਆਪਣੇ ਪੰਜਾਬ ਦੀਆਂ ਜਾਂ ਬਾਕੀ ਇੰਡੀਆ ਦੀਆਂ, ਸਾਡੇ ਨਵਾਂ ਸ਼ਹਿਰ ਦੀ ਜਿਹੜੀ ਜਨਤਾ ਆ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਔਰ ਚੰਗੀ ਤਰ੍ਹਾਂ ਇਹ ਪ੍ਰੀਕਾਸ਼ਨ ਨੂੰ। ਤੁਸੀਂ ਬਹੁਤ ਵਧੀਆ ਗੱਲ ਕਹੀ ਜੀ, ਨਵਾਂ ਸ਼ਹਿਰ ਦੀ ਜਨਤਾ ਨੇ ਬਹੁਤ ਸਹਿਯੋਗ ਦਿੱਤਾ। ਤੁਹਾਡੇ ਜਿਹੜੇ ਵਿਰੋਧੀ ਨੇ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਨਵਾਂ ਸ਼ਹਿਰ ਵਿੱਚ ਬੇਸ਼ੱਕ ਕਾਂਗਰਸ ਨੇ ਸਾਡਾ ਸਾਥ ਨਹੀਂ ਦਿੱਤਾ, ਪਰ ਜਿੰਨੀਆਂ ਵੀ ਜਥੇਬੰਦੀਆਂ ਨੇ, ਸਮਾਜਿਕ ਜਥੇਬੰਦੀਆਂ ਨੇ, ਚਾਹੇ ਉਹ ਕੋਈ ਵੀ NGO ਆ, ਚਾਹੇ ਮੰਦਰ ਕਮੇਟੀ ਆ, ਚਾਹੇ ਗੁਰਦੁਆਰਾ ਕਮੇਟੀ ਆ, ਚਾਹੇ ਮਸਜਿਦ ਆ, ਚਾਹੇ ਕਿਸੇ ਵੀ ਕੋਈ ਵੀ ਜਿਹੜੀ ਪ੍ਰਬੰਧਕ ਕਮੇਟੀ ਆ ਨਾ, ਜਿਹੜੀ ਸਮਾਜਿਕ ਧਰਮ ਦੇ ਕੰਮਾਂ ਨਾਲ ਜੁੜੀ ਹੋਈ ਆ, ਸਾਡਾ ਉਹਨਾਂ ਨੇ ਸਾਥ ਦਿੱਤਾ। ਪਰ ਕਾਂਗਰਸੀਆਂ ਨੇ ਸਾਥ ਨਹੀਂ ਦਿੱਤਾ। ਕਾਂਗਰਸ ਦੇ ਦਿਲ ਵਿੱਚ ਸਿਰਫ ਇਹੀ ਸੀਗਾ ਕਿ ਅਸੀਂ ਵੋਟਾਂ ਕੈਸ਼ ਕਰ ਲਈਏ। ਕੀ ਇਹ ਸੱਚ ਹੈ ਸਚਿਨ ਜੀ?
ਦੇਖੋ ਇਹ ਜਿਹੜੇ ਇਲਜ਼ਾਮ ਆ ਨਾ ਬਿਲਕੁਲ ਬੇਬੁਨਿਆਦ ਇਲਜ਼ਾਮ ਆ ਜੀ। ਮੈਂ ਇਹਨਾਂ ਦਾ ਪੂਰੀ ਤਰ੍ਹਾਂ ਨਾਲ ਡਟ ਕੇ ਵਿਰੋਧ ਕਰਦਾ ਆ ਜੀ। ਕਿਉਂਕਿ ਇਹਨਾਂ ਦੇ ਪਿੱਛੇ ਕੋਈ ਸੱਚਾਈ ਨਹੀਂ, ਇਹ ਸਿਰਫ ਇੱਕ ਡਰਟੀ ਪੋਲਿਟਿਕਸ ਦਾ ਹਿੱਸਾ ਆ ਜਿਹਨੂੰ ਕਹਿੰਦੇ ਕਿ ਘਟੀਆ ਰਾਜਨੀਤੀ। ਨਹੀਂ ਪਰ ਸੱਚ ਜੀ ਇੱਥੇ ਕਿ ਵੀ ਸਵਾਲ ਉੱਠਦਾ ਕਿ ਨਾ ਜਿਹੜੇ ਤੁਹਾਡੇ ਵਿਰੋਧੀ ਨੇ ਉਹ ਕਹਿੰਦੇ ਨੇ ਕਿ ਇਹ ਪ੍ਰੀ ਪਲਾਨਡ ਕੰਮ ਹੁੰਦਾ, ਜਿਹੜੇ ਸਚਿਨ ਜੀ ਕਰਦੇ ਨੇ ਜਾਂ ਅੰਗਦ ਜੀ ਕਰਦੇ ਨੇ ਨਾ, ਇਹ ਪਹਿਲੇ ਵੀਡੀਓ ਸ਼ੂਟ ਦੀ ਪ੍ਰੋਪਰ ਤਿਆਰੀ ਹੁੰਦੀ ਹੈ, ਉੱਥੇ ਹੀ ਦੇਣ ਜਾਂਦੇ ਨੇ ਜਿੱਥੇ ਇਹਨਾਂ ਦੇ ਪਹਿਲੇ ਕੈਮਰਾਮੈਨ ਖੜੇ ਹੁੰਦੇ ਨੇ। ਨਹੀਂ ਬਿਲਕੁਲ ਗਲਤ ਹੈ ਜੀ। ਜੀ। ਉਹਦੇ ਬਾਰੇ ਤੁਹਾਨੂੰ ਮੈਂ ਦੱਸਦਾ, ਤੁਸੀਂ ਹੁਣ ਆ ਗਈ ਸ਼ੂਟ ਦੀ ਗੱਲ। ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇਸ ਚੀਜ਼ ਦਾ ਜਵਾਬ ਦਿੰਦਾ। ਦੇਖੋ ਅੱਜ ਦਾ ਜਿਹੜਾ ਯੁੱਗ ਆ ਉਹ ਹੈ ਸੋਸ਼ਲ ਮੀਡੀਆ ਦਾ ਯੁੱਗ ਜੀ, ਤੇ ਆਪਣੇ ਆਪ ਨੂੰ ਪਬਲਿਕ ਤੱਕ ਪਹੁੰਚਾਉਣ ਦਾ ਯੁੱਗ। ਚਾਹੇ ਉਹ ਫੇਸਬੁੱਕ ਆ, ਚਾਹੇ ਉਹ ਵਟਸਐਪ ਆ, ਚਾਹੇ ਉਹ ਟੈਲੀਗ੍ਰਾਮ ਆ, ਕੋਈ ਵੀ ਸੋਸ਼ਲ ਮੀਡੀਆ, ਯੂਟਿਊਬ ਆ, ਕੋਈ ਵੀ ਸਾਧਨ ਇਹ ਸਾਡੇ ਲਈ ਇਸ ਕਰਕੇ ਬਣੇ ਆ ਤਾਂ ਕਿ ਜਨਤਾ ਤੱਕ ਸਾਡੀ ਆਵਾਜ਼ ਜਾਂ ਜੋ ਕੰਮ ਅਸੀਂ ਕਰ ਰਹੇ ਆ ਉਹ ਸਹੀ ਸਮੇਂ ਤੇ ਸਹੀ ਢੰਗ ਨਾਲ ਪਹੁੰਚ ਸਕਣ। ਸੋ ਜੇ ਕੋਈ ਵੀ ਸ਼ੂਟ ਹੋਇਆ ਹੋਊਗਾ, ਤੁਸੀਂ ਕਹਿੰਦੇ ਸ਼ੂਟ ਕੋਈ ਨਹੀਂ ਹੋਇਆ, ਜ਼ਿਆਦਾਤਰ ਲਾਈਵਸ ਹੀ ਹੋਈਆਂ ਆ। ਉਹ ਹਰ ਵੇਲੇ ਸਾਡੇ ਕੋਲ ਮੋਬਾਈਲ ਹੁੰਦੇ ਆ, ਤੇ ਜੇ ਉਹ ਆਪਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਆ, ਉਹ ਕਿਉਂ ਕਰਦੇ ਆ? ਤਾਂ ਕਿ ਪਬਲਿਕ ਤੱਕ ਜਾਗਰੂਕਤਾ ਪੈਦਾ ਹੋਵੇ, ਬਾਕੀ ਲੋਕ ਵੀ ਮੋਟੀਵੇਟ ਹੋਣ, ਪਬਲਿਕ ਨੂੰ ਪਤਾ ਹੋਵੇ ਕਿ ਸਾਨੂੰ ਸਾਡੇ ਨੁਮਾਇੰਦੇ ਹਰ ਵਕਤ। ਸੱਚ ਜੀ ਇੱਥੇ ਜਿਹੜਾ ਸਾਡਾ ਨਾ ਸਵਾਲ ਇਹ ਆ ਕਿ ਤੁਸੀਂ ਜਾਗਰੂਕਤਾ ਲਈ ਕਰਦੇ ਹੋ, ਬਹੁਤ ਸਹੀ ਗੱਲ ਹੈ, ਤੁਸੀਂ ਲੋਕ ਭਲਾਈ ਲਈ ਕਰ ਰਹੇ ਹੋ, ਬਹੁਤ ਸਹੀ ਗੱਲ ਹੈ, ਪਰ ਤੁਹਾਡੇ ਵਿਰੋਧੀ ਇਹ ਵੀ ਕਹਿੰਦੇ ਕਿ ਕਾਂਗਰਸੀਆਂ ਜਿਹੜੇ ਖੁਦ ਆਗੂ ਹੁੰਦੇ ਉਹਨਾਂ ਤੇ ਮਾਸਕ ਪਾਇਆ ਨਹੀਂ ਹੁੰਦਾ, ਉਹਨਾਂ ਨੂੰ ਇੰਨਾ ਕੁ ਕਰੇਜ਼ ਕਿਉਂ ਆ ਕਿ ਅਸੀਂ ਆਪਣੀ ਫੋਟੋ ਦਿਖਾਈਏ ਤੇ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਸੇਵਾ ਕਰ ਰਹੇ ਹਾਂ? ਨਹੀਂ, ਤੁਸੀਂ ਕੋਈ ਵੀ ਦੇਖੋ, ਜਿੰਨੀਆਂ ਵੀ ਸਾਡੀਆਂ ਪੋਸਟਸ ਆ ਮੋਸਟਲੀ ਲਾਈਵ ਆ ਜਾਂ ਫੇਸਬੁੱਕ ਵਗੈਰਾ ਤੇ ਵੀ ਪਈਆਂ ਹੋਈਆਂ, ਸਾਰਿਆਂ ਨੇ ਮਾਸਕ ਪਾਏ ਹੋਏ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਅਜਿਹਾ ਹੋਏਗਾ ਜਿਹਨਾਂ ਨੇ ਨਹੀਂ ਪਾਇਆ ਹੋਊਗਾ। ਮੋਸਟਲੀ ਜਿੰਨੇ ਵੀ ਮੈਂ ਦੇਖਿਆ, ਮੇਰੇ ਹਿਸਾਬ ਨਾਲ ਹਰ ਕਿਸੇ ਨੇ ਮਾਸਕ ਪਾਇਆ। ਜੇ ਕਿਸੇ ਨੇ ਮਾਸਕ ਨਹੀਂ ਪਾਇਆ ਹੋਊਗਾ ਤਾਂ ਪਰਨਾ ਵਗੈਰਾ ਲਪੇਟਿਆ ਹੋਊਗਾ। ਨਹੀਂ ਚਲੋ, ਤੁਸੀਂ ਨਾ ਸੈਨੀਟਾਈਜ਼ ਵੀ ਕਰਾਇਆ, ਤੁਸੀਂ ਸਭ ਤੋਂ ਪਹਿਲਾਂ ਮੇਰੇ ਖਿਆਲ ਤੁਸੀਂ ਆਪਣੇ ਏਰੀਆ ਵਿੱਚ ਨਵਾਂ ਸ਼ਹਿਰ 'ਚ ਕਰਾਇਆ ਸੀਗਾ, ਤੁਸੀਂ ਇਨੀਸ਼ੀਏਟਿਵ ਲਿਆ ਸੀ ਉਸ ਚੀਜ਼ ਨੂੰ, ਉਹਦਾ ਬਿਲਕੁਲ ਉਹਨੂੰ ਐਪਰੀਸ਼ੀਏਟ ਕਰਦੇ, ਉਹਦੀ ਸ਼ਲਾਘਾ ਵੀ ਹੋਣੀ ਚਾਹੀਦੀ ਆ। ਪਰ ਤੁਹਾਡੇ ਵਿਰੋਧੀ ਉੱਥੇ ਵੀ ਫਰੰਟ ਲਾਈਨ 'ਤੇ ਆ ਕੇ ਕਹਿੰਦੇ ਨੇ ਕਿ ਉਹ ਤਾਂ ਲੂਣ 'ਚ ਪਾਣੀ ਪਾਇਆ ਹੋਇਆ ਸੀ, ਹੋਰ ਕੁਝ ਨਹੀਂ ਸੀ ਖਾਸ, ਸਿਰਫ ਇੱਕ ਪਬਲਿਸਿਟੀ ਕੈਸ਼ ਕੀਤੀ ਹੈ ਤੁਸੀਂ। ਦੇਖੋ ਮੈਂ ਤੁਹਾਨੂੰ ਦੱਸਦਾ, ਤੁਸੀਂ ਕੋਈ ਵੀ ਤੁਸੀਂ ਸ਼ਾਇਦ ਕੈਪਟਨ ਸਾਹਿਬ ਦੇ ਇੰਟਰਵਿਊ ਵੀ ਸੁਣੀ ਹੋਵੇਗੀ, ਜਿੱਦਾਂ ਹਰਸਿਮਰਤ ਕੌਰ ਜੀ ਨੇ ਬੇਬੁਨਿਆਦ ਇਲਜ਼ਾਮ ਲਾਏ ਸੀ। ਸੋ ਇਲਜ਼ਾਮ ਲਾਣਾ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ, ਕਿਸੇ ਦਾ ਮੂੰਹ ਨਹੀਂ ਫੜ ਸਕਦੇ, ਬਟ ਜੇ ਕੋਈ ਇਲਜ਼ਾਮ ਲਾਉਂਦਾ ਉਹਦਾ ਜਵਾਬ ਜ਼ਰੂਰ ਦੇ ਸਕਦੇ ਆ। ਤੇ ਅੱਜ ਮੈਂ ਤੁਹਾਡੇ ਇਸ ਪਲੇਟਫਾਰਮ ਰਾਹੀਂ ਜਵਾਬ ਦਿੰਦਾ ਕਿ ਇਹ ਗੱਲਾਂ ਜਿੰਨੇ ਵੀ ਇਲਜ਼ਾਮ ਲਾਏ ਬਿਲਕੁਲ ਬੇਬੁਨਿਆਦ ਆ। ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਲਾਇਆ ਸੀ ਕਿ ਜੀ ਸਿਰਫ ਵੋਟਰ ਦੇਖੇ ਲੰਗਰ ਦੇਣ ਲਈ ਜਾਂ ਕਿੱਟਾਂ ਦੇਣ ਲਈ, ਤਾਂ ਉਹਦੇ ਵਾਸਤੇ ਮੈਂ ਤੁਹਾਨੂੰ ਵਿਦ ਪ੍ਰੂਫ, ਸਭ ਤੋਂ ਪਹਿਲਾਂ ਤੁਸੀਂ ਕਦੀ ਵੀ ਮੇਰਾ ਸੋਸ਼ਲ ਮੀਡੀਆ ਚੈੱਕ ਕਰਿਓ ਜਾਂ MLA ਸਾਹਿਬ ਦਾ ਸੋਸ਼ਲ ਮੀਡੀਆ ਚੈੱਕ ਕਰਿਓ, ਉੱਥੇ ਤੁਸੀਂ ਦੇਖਿਓ ਜਿਨ੍ਹਾਂ ਦੇ ਵੀ ਕਈ ਝੁੱਗੀਆਂ ਝੋਪੜੀਆਂ ਜਿਨ੍ਹਾਂ ਦੀਆਂ ਵੋਟਾਂ ਨਹੀਂ ਵੀ ਬਣੀਆਂ ਹੋਈਆਂ ਤੇ ਉਹਨਾਂ ਤੱਕ ਰਾਸ਼ਨ ਪਹੁੰਚਿਆ। ਅਸੀਂ ਸਿਰਫ ਸਟਾਰਟਿੰਗ ਜਦੋਂ ਕੀਤੀ ਸੀ, MLA ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਇਸ ਗੱਲ ਦਾ ਧਿਆਨ ਰੱਖਿਓ ਕਿ ਜਿੰਨੇ ਲੋਕ, ਸਭ ਤੋਂ ਪਹਿਲਾਂ ਉਹ ਪ੍ਰੈਫਰੈਂਸ ਕਰਨੀ ਜਿਹੜੇ ਕੱਚੇ ਝੁੱਗੀਆਂ 'ਚ ਬੈਠੇ ਹੋਏ ਆ, ਜਿਨ੍ਹਾਂ ਤੱਕ ਜਿਹੜੇ ਆਪਣੇ ਡੇਲੀ ਵੇਜਰਸ ਆ, ਜਿਹੜੇ ਨਹੀਂ ਕਰ ਸਕਦੇ, ਸਭ ਤੋਂ ਪਹਿਲਾਂ ਅਸੀਂ ਬਿਲਕੁਲ ਟੋਟਲੀ ਉਹ ਬੰਦੇ ਫੜੇ। ਪਰ ਸਚਿਨ ਜੀ ਇੱਕ ਸਵਾਲ ਇੱਥੇ ਹੋ ਰਿਹਾ ਕਿ ਇੱਥੇ ਸਿਚੁਏਸ਼ਨ ਇਦਾਂ ਦੀ ਕਿਉਂ ਆ ਗਈ? ਮੰਦਿਰ ਇਕੱਠੇ ਹੋ ਗਏ, ਗੁਰਦੁਆਰੇ ਇਕੱਠੇ ਹੋ ਗਏ, ਮਸਜਿਦਾਂ ਇਕੱਠੀਆਂ ਹੋਈਆਂ, ਇੱਥੇ ਅਕਾਲੀ ਕਾਂਗਰਸੀ ਇਕੱਠੇ ਕਿਉਂ ਨਹੀਂ ਹੋਏ? ਦੇਖੋ ਹੁਣ ਇਹਦੇ ਵਿੱਚ ਦੱਸੋ, ਅਸੀਂ ਕਿਸੇ ਨੂੰ ਰੋਕਿਆ ਨਹੀਂ। ਸਾਡੇ ਵੱਲੋਂ ਨਗਰ ਕੌਂਸਲ ਨੂੰ ਕਿਟਸ ਪ੍ਰੋਵਾਈਡ ਕਰਨੀਆਂ ਸੀ, ਪੰਜਾਬ ਸਰਕਾਰ ਨੇ ਕੀਤੀਆਂ। ਜਦੋਂ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਪਿਛਲੀ ਵਾਰ ਅਕਾਲੀ ਸਰਕਾਰ ਸੀ, ਉਦੋਂ ਜਦੋਂ ਸਾਨੂੰ ਕਦੀ ਵੀ ਲੋੜ ਮਹਿਸੂਸ ਹੋਈ ਕਿ ਸਾਨੂੰ ਜਦੋਂ ਵੀ ਆਪਣੇ ਬਾਦਲ ਸਾਹਿਬ ਨੇ ਜਿੱਦਾਂ ਕਈ ਵਾਰ ਬਾਰਾਦਰੀ ਗਾਰਡਨ ਵੀ ਆਏ ਸੀ, ਅਸੀਂ ਖੁਦ ਜਾ ਕੇ ਉਹਨਾਂ ਨੂੰ ਡਿਮਾਂਡ ਕੀਤੀ ਜੋ ਚਾਹੀਏ। ਮੈਨੂੰ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਸਲੋ ਦੀ ਐਗਜ਼ਾਮਪਲ। ਮਤਲਬ ਤੁਸੀਂ ਕਹਿਣਾ ਚਾਹੁੰਦੇ ਤੁਹਾਨੂੰ ਕਿਸੇ ਕਾਂਗਰਸੀ ਆਗੂ ਨੇ ਆ ਕੇ ਅਪਰੋਚ ਨਹੀਂ ਕੀਤਾ MLA ਸਾਹਿਬ ਨੂੰ? ਨਹੀਂ, ਅਪਰੋਚ ਨਹੀਂ ਕੀਤਾ, ਔਰ ਜਦ ਅਸੀਂ ਉਹਨਾਂ ਤੱਕ ਸੁਨੇਹਾ ਵੀ ਪਹੁੰਚਾਇਆ ਕਿ ਤੁਸੀਂ ਆਓ ਸਾਡੇ ਨਾਲ ਚੱਲੋ, ਅਸੀਂ ਰਾਜਨੀਤੀ ਦੇ ਵਿੱਚ ਨਹੀਂ ਪੈਣਾ, ਫਿਰ ਵੀ ਉਹਨਾਂ ਨੇ ਸਾਡੇ ਤੋਂ ਅਸੀਂ ਉਹਨਾਂ ਨੂੰ ਕਿਹਾ ਚਲੋ ਕਿਟਸ ਵੰਡੋ ਆ ਕੇ, ਤੁਸੀਂ ਆਪਣੇ ਏਰੀਏ 'ਚ ਜਿਹੜਾ ਚਲੋ ਹਰ ਇੱਕ ਕਾਉਂਸਲਰ ਦਾ ਵਾਰਡ ਹੁੰਦਾ, ਉਹਨਾਂ ਦੇ ਕਾਉਂਸਲਰਸ ਨੂੰ ਕਿਹਾ ਤੁਸੀਂ ਆਪਣੇ ਵਾਰਡ 'ਚ ਦੱਸੋ ਕੀ ਵੰਡਣਾ ਆ। ਔਰ ਜਦ ਅਸੀਂ ਵੀ ਕੀ ਵੰਡਣਾ, ਜਦ ਨਗਰ ਕੌਂਸਲ 'ਚ EO ਸਾਹਿਬ ਕੋ ਪਈਆਂ ਆ, ਜਿਹੜੀ ਟੀਮ ਅਸਾਈਨ ਹੋਈ ਸੀ ਉਹਨਾਂ ਕੋ ਕਿਟਸ ਪਈਆਂ, ਉਹਨਾਂ ਨੂੰ ਨਾਲ ਲਓ ਤੇ ਜਾ ਕੇ ਵੰਡੋ ਆਪਣੇ ਏਰੀਆ ਦੇ ਵਿੱਚ। ਉਹਨਾਂ ਨੂੰ ਬੁਲਾਇਆ ਗਿਆ, ਉਹਨਾਂ ਤੱਕ ਮੈਸੇਜ ਦਿੱਤਾ ਗਿਆ ਕਿ ਤੁਸੀਂ ਆ ਕੇ, ਜੇ ਤੁਹਾਨੂੰ ਕੋਈ ਕਮੀ ਆ ਰਹੀ ਹੈ ਤੁਸੀਂ ਆਓ, ਲੇਕਿਨ ਉਹਨਾਂ ਨੇ ਖੁਦ ਹੀ ਇਸ ਚੀਜ਼ ਤੋਂ ਇਨਕਾਰ ਕਰ ਦਿੱਤਾ।
ਸੋ ਇਹਦੇ ਵਿੱਚ ਸਾਡਾ ਕੋਈ ਕਸੂਰ ਪਰ ਨਹੀਂ। ਉਹਨਾਂ ਨੇ ਇਨਕਾਰ ਕੀਤਾ ਤੇ ਹੁਣ ਪ੍ਰਸ਼ਨ ਕਿਉਂ ਰੱਖ ਰਹੇ ਤੁਹਾਨੂੰ? ਕੋਈ ਇਹਦੇ ਵਿੱਚ ਲੱਗਦਾ? ਇਹੀ ਤਾਂ ਮੈਨੂੰ ਗੱਲ ਸਮਝ ਨਹੀਂ ਆ ਰਹੀ ਕਿ ਇਹ ਤਾਂ ਫਿਰ ਉਹੀ ਗੱਲ ਆ ਗਈ ਨਾ ਜੀ ਕਿ ਅਸੀਂ ਆਪਣੀ ਸਿਰਫ ਗਲਤ ਢੰਗ ਦੀ ਰਾਜਨੀਤੀ ਜਿਹੜੀ ਆ ਉਹਨੂੰ ਹੀ ਫੈਲਾਉਣਾ ਆ। ਸੋ ਇਹ ਗੱਲ ਗਲਤ ਆ। ਅੱਜ ਮੈਂ ਤੁਹਾਡੇ ਇਸ ਪਲੇਟਫਾਰਮ ਰਾਹੀਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਆ ਕਿ ਕੋਈ ਵੀ ਜਦੋਂ ਵੀ ਕੋਈ ਰਾਸ਼ਨ ਵੰਡਿਆ ਜਾਂ ਲੰਗਰ ਵੰਡਿਆ, ਕੋਈ ਪਾਰਟੀਬਾਜ਼ੀ ਨਹੀਂ ਹੋਈ, ਕੋਈ ਇਹ ਨਹੀਂ ਦੇਖਿਆ ਗਿਆ ਕਿ ਇਸ ਬੰਦੇ ਦੀ ਵੋਟ ਹੈ ਕਿ ਨਹੀਂ ਹੈ। ਮਿਸਾਲ ਦੇ ਤੌਰ ਤੇ ਚੰਡੀਗੜ੍ਹ ਰੋਡ ਤੁਸੀਂ ਦੇਖੋ, ਬਲੂ ਮੂਨ ਰਿਜ਼ੋਰਟ ਦੇ ਸਾਹਮਣੇ ਜਿਹੜੇ ਵੀ ਉੱਥੇ ਟੈਂਟ ਲਾ ਕੇ ਬੈਠੇ ਹੋਏ ਆ, ਜਿਹੜੇ ਗਲਾਸ ਗਲੂਸ ਵੇਚਦੇ ਆ ਜਾਂ ਫੁੱਟਬਾਲ ਜਾਂ ਫੁੱਲਾਂ ਵਾਲੇ ਕੁਝ ਵੀ ਵੇਚਦੇ, ਉਹਨਾਂ ਦੀਆਂ ਕਿਸੇ ਦੀਆਂ ਕੋਈ ਵੋਟਸ ਨਹੀਂ ਆ। ਤੁਸੀਂ ਅੱਜ ਜਾ ਕੇ ਉਹਨਾਂ ਕੋਲ ਪਤਾ ਕਰ ਲਓ ਕਿ ਕਿਆ ਉਹਨਾਂ ਨੂੰ ਰਾਸ਼ਨ ਪਹੁੰਚਿਆ ਜਾਂ ਕਿੰਨੀ ਵਾਰ ਪਹੁੰਚ ਚੁੱਕਾ। ਐਦਾਂ ਹੀ ਤੁਹਾਨੂੰ ਮੈਂ ਦੱਸਦਾ, ਸਿਲਵਰ ਲੀਫ ਹੋਟਲ ਦੀ ਬੈਕ ਸਾਈਡ ਤੁਸੀਂ ਚੱਲ ਜਾਈਓ, ਉਹਦੇ ਬੈਕ ਦੇ ਉੱਤੇ ਇੱਕ ਕਾਲੋਨੀ ਆ, ਉੱਥੇ ਘੱਟੋ ਘੱਟ ਵੀ ਮੇਰੇ ਹਿਸਾਬ ਨਾਲ 15 ਫੈਮਿਲੀਜ਼ ਰਹਿੰਦੀਆਂ ਪਈਆਂ, ਉਹਨਾਂ ਦੀਆਂ ਕੋਈ ਵੋਟਾਂ ਨਹੀਂ ਬਣੀਆਂ ਹੋਈਆਂ। ਉਹਨਾਂ ਨੂੰ ਪਤਾ ਕਰਿਓ ਕਿ ਕਿਆ ਉਹਨਾਂ ਤੱਕ ਰਾਸ਼ਨ ਪਹੁੰਚਿਆ ਔਰ ਕਿੰਨੀ ਵਾਰ ਪਹੁੰਚਿਆ। ਸਚਿਨ ਜੀ, ਹੁਣ ਤੱਕ ਬੇਬੁਨਿਆਦ ਇਲਜ਼ਾਮ। ਇਹ ਤਾਂ ਚਲੋ ਹੁਣ ਸਿਚੁਏਸ਼ਨ ਨਿਕਲ ਚੁੱਕੀ ਹੈ ਨਾ, ਆਪਾਂ ਉਸ ਸਮੇਂ ਨੂੰ ਵਾਪਸ ਨਹੀਂ ਲਿਆ ਸਕਦੇ। ਹਾਲਾਂਕਿ ਤੁਸੀਂ ਸੱਚ ਕਹਿ ਰਹੇ ਹੋ ਕਿ ਅਕਾਲੀ ਆਗੂ ਸੱਚ ਕਹਿ ਰਹੇ ਨੇ, ਇਹ ਆਪਾਂ ਹੌਲੀ ਹੌਲੀ ਇਹਨੂੰ ਜਿਹੜਾ ਇਹਦਾ ਫਾਈਂਡ ਆਊਟ ਕਰਾਂਗੇ, ਇਹਦਾ ਵਿਚਲਾ ਰਾਹ ਲੱਭਾਂਗੇ। ਪਰ ਹੁਣ ਹੈਲਥ ਇਨਫਰਾਸਟ੍ਰਕਚਰ ਹੈ ਜਿਹੜਾ, ਜਿਵੇਂ ਡਾਕਟਰ ਸੁੱਖੀ ਉਹਨਾਂ ਨੇ ਵੀ ਕਿਹਾ ਕਿ ਹੱਲੇ ਵੀ ਜਿਹੜਾ ਨਵਾਂ ਸ਼ਹਿਰ ਦੇ ਸਿਵਲ ਹਸਪੀਟਲ, ਇਹ ਤੁਹਾਡੇ ਕੋਲ ਉਨੇ ਜਿਹੜੇ ਸਾਧਨ ਨਹੀਂ ਆ ਕਿ ਤੁਸੀਂ ਕਿਸੇ ਬਿਮਾਰ ਬੰਦੇ ਨੂੰ ਠੀਕ ਕਰ ਸਕੋ। ਹੁਣ ਕਿਉਂਕਿ ਤੁਸੀਂ ਅੰਗਦ ਸਿੰਘ ਉਹਨਾਂ ਦੇ ਨਾਲ ਹੁੰਦੇ ਹੋ, ਤਕਰੀਬਨ ਉਹਨਾਂ ਦੀ ਹਰ ਇੱਕ ਗੱਲ ਤੋਂ ਤੁਸੀਂ ਜਾਣੂ ਹੋ, ਤੁਸੀਂ ਜਿਹੜੀ ਪੰਜਾਬ ਸਰਕਾਰ ਉਹਨਾਂ ਦੇ ਵੀ ਜਿਹੜੇ ਮੂਹਰੇ ਗਾਈਡਲਾਈਨਸ ਉਹਨਾਂ ਤੋਂ ਜਾਣੂ ਹੋ। ਹੁਣ ਹੈਲਥ ਇਨਫਰਾਸਟ੍ਰਕਚਰ ਲਈ ਸਰਕਾਰ ਕੀ ਕਰ ਰਹੀ ਹੈ ਜਾਂ ਅੰਗਦ ਸਿੰਘ ਹੁਣੀ ਕੀ ਕਰ ਰਹੇ ਨੇ? ਦੇਖੋ, ਇਸ ਚੀਜ਼ ਦਾ ਜਿਹੜਾ ਵਧੀਆ ਜਵਾਬ ਆ ਤੁਹਾਨੂੰ ਉਹ MLA ਸਾਹਿਬ ਖੁਦ ਦੇ ਸਕਦੇ ਆ। ਔਰ ਮੇਰੇ ਹਿਸਾਬ ਨਾਲ ਸਰਕਾਰ ਦੇ ਆਪਣੇ ਵੱਲੋਂ ਕੋਈ ਵੀ ਕਮੀ ਨਹੀਂ ਛੱਡੀ। ਜਿੰਨੀਆਂ ਕਿ ਸਰਕਾਰ ਦੇ ਕੋਲ ਲਿਮਿਟਿਡ ਰਿਸੋਰਸਿਸ ਸੀਗੇ, ਉਹਨਾਂ ਨੇ ਆਪਣੇ ਗਵਰਨਮੈਂਟ ਆਫ ਇੰਡੀਆ ਤੱਕ ਕੈਪਟਨ ਸਾਹਿਬ ਨੇ ਬਹੁਤ ਵਾਰ ਡਿਮਾਂਡ ਕੀਤੀ ਕਿ ਉਹਨਾਂ ਨੂੰ ਜਿਹੜੀ ਇਕਨੋਮਿਕ ਪੈਕੇਜ ਦਿੱਤੇ ਜਾਣ, ਪ੍ਰੋਪਰ ਮੈਡੀਕਲ ਫੈਸਿਲਿਟੀਜ਼ ਵੱਲ ਦਿੱਤੀਆਂ ਜਾਣ। ਲੇਕਿਨ ਸਾਨੂੰ ਬਹੁਤ ਦੁੱਖ ਦੀ ਗੱਲ ਆ ਕਿ ਜੋ ਇਨਫਰਾਸਟ੍ਰਕਚਰ ਸਾਥ ਨਹੀਂ ਮਿਲਿਆ ਗਵਰਨਮੈਂਟ ਆਫ ਇੰਡੀਆ ਦਾ ਮਿਲਣਾ ਚਾਹੀਦਾ ਸੀ, ਉਹ ਸਾਥ ਨਹੀਂ ਮਿਲਿਆ। ਲੇਕਿਨ ਨਾ ਮਿਲਣ ਦੇ ਬਾਵਜੂਦ ਵੀ ਆਪਣੇ ਵੱਲੋਂ ਜੋ ਵੀ ਕਰ ਸਕਦੇ ਸੀ, ਚਾਹੇ ਉਹ ਵੈਂਟੀਲੇਟਰਸ ਨੂੰ ਲੈ ਕੇ ਆ, ਚਾਹੇ ਉਹ ਸੈਨੀਟਾਈਜ਼ਰਸ ਨੂੰ ਲੈ ਕੇ ਆ, ਜਾਂ ਚਾਹੇ ਮਾਸਕਸ ਨੂੰ ਲੈ ਕੇ ਆ, ਜਾਂ ਆਪਣੇ ਜੋ ਵੀ ਹੈਲਥ ਆਫੀਸ਼ੀਅਲਸ ਆ ਜਾਂ ਹੈਲਥ ਦਾ ਸਟਾਫ ਜੋ ਕਰ ਸਕਦਾ ਆ, ਉਹਦੇ ਵਾਸਤੇ ਸਾਡੀ ਸਰਕਾਰ ਨੇ ਵੀ ਆਪਣੇ ਵੱਲੋਂ ਪੂਰਾ ਜ਼ੋਰ ਲਗਾ ਕੇ ਰੱਖਿਆ। ਔਰ ਅੱਜ ਇਹ ਸਵਾਲ ਤੁਸੀਂ ਬਹੁਤ ਵਧੀਆ ਪੁੱਛਿਆ। ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਹਾਂ। ਸਾਡੇ MLA ਸਾਹਿਬ ਨੇ, ਕੋਈ ਵੀ ਮੈਨੂੰ ਤੁਸੀਂ ਇੰਡੀਆ ਦਾ ਪੋਲੀਟੀਸ਼ੀਅਨ ਦੱਸ ਦਿਓ ਜਿਸ ਨੇ ਆਪ ਸਿੱਧੇ ਹੋ ਕੇ ਨਰਸਿੰਗ ਸਟਾਫ ਔਰ ਜਿੰਨੇ ਵੀ ਹਸਪੀਟਲ ਦੇ ਫਰੰਟ ਲਾਈਨ ਜਿੰਨੇ ਵੀ ਵਰਕਰ ਸੀ, ਚਾਹੇ ਉਹ ਸਫਾਈ ਵਰਕਰ ਸੀ, ਉਹਨਾਂ ਨੂੰ ਜਿੰਨੇ ਵੀ ਕੱਚੇ ਵਰਕਰ ਸੀ, MLA ਸਾਹਿਬ ਨੇ ਉਹਨਾਂ ਨੂੰ ਸਾਰਿਆਂ ਨੂੰ 5-5 ਹਜ਼ਾਰ ਦੀ ਜਿਹੜੀ ਨਕਦੀ ਆ ਉਹ ਪ੍ਰੋਵਾਈਡ ਕੀਤੀ, ਨਾਲ ਐਪਰੀਸੀਏਸ਼ਨ ਸਰਟੀਫਿਕੇਟ ਪ੍ਰੋਵਾਈਡ ਕੀਤਾ ਆਪਣੀ ਪੋਕਟ ਵਿੱਚੋਂ। ਆਪਣੀ ਉਹਨਾਂ ਨੇ ਆਪਣਾ ਈਵਨ ਜਿਹੜੀ ਸੈਲਰੀ ਆ ਹੁਣ ਤੋਂ ਲੈ ਕੇ ਜਿਹੜਾ ਉਹਨਾਂ ਦੀ ਟਰਮ ਬਕਾਇਆ ਰਹਿੰਦੀ ਆ, ਉਹ ਵੀ ਉਹਨਾਂ ਨੇ ਸਰਕਾਰ ਨੂੰ ਛੱਡ ਦਿੱਤੀ ਆ। ਔਰ ਉਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਹਾਲਾਂਕਿ ਉਹਨਾਂ ਨੇ 1 ਸਾਲ ਦੀ ਜਿਹੜੀ ਆਪਣੀ ਆ ਜਿਹੜੀ ਸੈਲਰੀ ਉਹ ਛੱਡੀ ਸੀ। ਇਹ ਤਾਂ ਮੈਂ ਪਹਿਲਾਂ ਹੀ ਤੁਹਾਡੇ ਥਰੂ ਜਾਣੂ ਹੋਇਆ ਸੀ ਇਹਦਾ। ਪਰ ਹੁਣ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਨੇ ਜਿੰਨੀ ਅਗਲੀ ਆਉਣ ਵਾਲੀ ਸਾਰੀ ਉਹ ਵੀ ਜਿੰਨੀ ਉਹਨਾਂ ਦੀ ਟਰਮ ਰਹਿੰਦੀ ਬਕਾਇਆ, ਉਹਨਾਂ ਨੇ ਸਾਰੀ ਹੀ ਸੈਲਰੀ ਜਿਹੜੀ ਆ ਉਹ ਆਪਣੀ ਛੱਡ ਦਿੱਤੀ ਆ। ਔਰ ਉਹਨਾਂ ਨੇ ਸਰਕਾਰ ਨੂੰ ਇਸ ਚੀਜ਼ ਬਾਰੇ ਅਗਾਹ ਕਰ ਦਿੱਤਾ। ਓਕੇ, ਤੇ ਸਚਿਨ ਜੀ ਇੱਥੇ ਨਾ ਮੈਂ ਇੱਕ ਸਵਾਲ ਹੋਰ ਪੁੱਛੂੰਗਾ, ਕਿਉਂਕਿ ਤੁਸੀਂ ਪਾਸਟ ਬਾਰੇ ਦੱਸਿਆ ਕਿ ਤੁਸੀਂ ਕਿਵੇਂ ਕੰਮ ਕੀਤਾ। ਅੰਗਦ ਹੋਣਾ ਦਾ ਬਹੁਤ ਸ਼ਲਾਘਾਯੋਗ ਕੰਮ ਰਿਹਾ, ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਨੇ 5000 ਰੁਪਏ ਆਪਣੇ ਜੇਬ 'ਚੋਂ ਦਿੱਤਾ, ਸਰਟੀਫਿਕੇਟ ਦਿੱਤੇ। ਤੇ ਹੁਣ ਤੁਹਾਡੀ ਡੇ ਟੂ ਡੇ ਰੂਟੀਨ ਕੀ ਆ? ਤੁਹਾਡੀ ਔਰ ਅੰਗਦ ਸਿੰਘ ਉਹਨਾਂ ਦੀ ਕੀ ਰੂਟੀਨ ਹੈ? ਤੁਸੀਂ ਕਿਸ ਤਰੀਕੇ ਸਮਾਜ ਸੇਵਾ ਹੁਣ ਕਿਸ ਤਰੀਕੇ ਕਰ ਰਹੇ ਹੋ? ਕਿਉਂਕਿ ਜਿਹੜੀ ਮਹਾਮਾਰੀ ਖਤਮ ਨਹੀਂ ਤਾਂ ਹੁਣ ਫਿਰ ਬਿਗਨ ਹੋਈ ਹੈ। ਕੈਪਟਨ ਸਾਹਿਬ ਨੇ ਕੱਲ੍ਹ ਕਿਹਾ ਹੈ। ਦੇਖੋ, ਮੈਂ ਤੁਹਾਨੂੰ ਦੱਸਦਾ, ਸਭ ਤੋਂ ਪਹਿਲਾਂ ਸਟਾਰਟਿੰਗ ਕੰਮ ਹੁੰਦੀ ਹੈ ਜਾਗਰੂਕਤਾ ਫੈਲਾਉਣੀ। ਮੇਰਾ ਸੋਸ਼ਲ ਮੀਡੀਆ ਦੇਖੋਗੇ, ਮੇਰਾ ਫੇਸਬੁੱਕ ਅਕਾਊਂਟ ਦੇਖੋਗੇ, ਹਾਲਾਂਕਿ ਉਹ ਮੇਰਾ ਪਰਸਨਲ ਅਕਾਊਂਟ ਸੀ, ਲੇਕਿਨ ਜਦ ਦਾ ਇਹ ਕਰੋਨਾ ਦਾ ਫੈਲਿਆ, ਮੈਂ ਪਰਸਨਲ ਔਰ ਸੋਸ਼ਲ ਇਹ ਵਾਲੀ ਜਿਹੜੀ ਚੀਜ਼ ਆ ਉਹ ਬਿਲਕੁਲ ਹੀ ਛੱਡ ਦਿੱਤੀ। ਔਰ ਮੇਰਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਮੈਂ ਕੋਈ ਵੀ ਇਨਫੋਰਮੇਸ਼ਨ ਜਿਹੜੀ ਕਰੋਨਾ ਦਾ COVID-19 ਨਾਲ ਰਿਲੇਟਡ ਆ, ਉਹ ਮੈਂ ਹਮੇਸ਼ਾ ਆਪਣੇ ਫੇਸਬੁੱਕ 'ਤੇ ਅਪਡੇਟ ਕਰਦਾ ਰਹਿੰਦਾ ਹਾਂ, ਤਾਂ ਕਿ ਜਿਹੜੀ ਲੋਕ ਆ, ਜਿਹੜੀ ਜਨਤਾ ਸਾਡੀ ਨਵਾਂ ਸ਼ਹਿਰ ਦੀ, ਉਹਨਾਂ ਨੂੰ ਲੇਟੈਸਟ ਅਪਡੇਟ ਜਲਦੀ ਤੋਂ ਜਲਦੀ ਮਿਲ ਸਕਣ। ਔਰ ਹੁਣ ਅਸੀਂ ਹਲੇ ਵੀ ਜਿੰਨੀਆਂ ਵੀ ਜੋ ਅਸੀਂ ਆਪਣੇ ਕੋਲੋਂ ਪ੍ਰੋਵਾਈਡ ਕਰ ਸਕਦੇ ਹਾਂ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਰਕਾਰ ਵੱਲੋਂ ਘੱਟੋ ਘੱਟ ਅਸੀਂ 14,000 ਜਿਹੜੀਆਂ ਕਿੱਟਾਂ ਆ ਨਵਾਂ ਸ਼ਹਿਰ ਕੌਂਸਟੀਚੁਐਂਸੀ ਦੇ ਵਿੱਚ MLA ਸਾਹਿਬ ਜਿਹੜੇ ਆ ਉਹ ਡਿਸਟਰੀਬਿਊਟ ਕਰਾ ਚੁੱਕੇ ਆ ਵੱਖ-ਵੱਖ ਅਦਾਰਿਆਂ ਰਾਹੀਂ। ਔਰ
ਆਪਣੀ ਪਾਕਟ ਚੋਂ ਵੀ 3800 ਕਿਟਸ ਜਿਹੜੀਆਂ ਆ ਐਮਐਲਏ ਸਾਹਿਬ ਉਹ ਪ੍ਰੋਵਾਈਡ ਕਰਾ ਚੁੱਕੇ ਆ। ਅਸੀਂ ਖੁਦ ਵੀ ਮੈਂ ਜਿੱਦਾਂ ਕਹਿੰਦੇ ਆ ਕਿ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲੀ ਗੱਲ ਨਹੀਂ ਕਰਨਾ ਚਾਹੁੰਦਾ, ਤੋ ਜਿੰਨਾ ਵੀ ਅਸੀਂ ਹੋ ਸਕਦਾ ਅਸੀਂ ਖੁਦ ਵੀ ਰਾਸ਼ਨ ਪ੍ਰੋਵਾਈਡ ਵੀ ਕੀਤਾ। ਉਸ ਤੋਂ ਬਾਅਦ ਸਾਡਾ ਮੰਦਿਰ ਆ, ਮੈਂ ਨਵਾਂ ਸ਼ਹਿਰ ਕੱਚਾ ਟੋਬਾ ਮੰਦਿਰ ਗੁਲਾਮ ਰੋਡ ਦਾ ਪ੍ਰਧਾਨ ਵੀ ਆ, ਅਸੀਂ ਆਪਣੇ ਮੰਦਿਰ ਵੱਲੋਂ ਵੀ ਕਾਫੀ ਰਾਸ਼ਨ ਦੀਆਂ ਕਿਟਸ ਜਿਹੜੀਆਂ ਡਿਸਟ੍ਰੀਬਿਊਟ ਕਰ ਰਹੇ ਆ। ਹੁਣ ਸੱਚ ਜੀ ਮੰਦਿਰ ਖੁੱਲ ਰਹੇ ਆ, ਕਿਉਂਕਿ ਜਿਹੜੀ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਗਾਈਡਲਾਈਨ ਆਈ ਹੈ ਕਿ 8 ਤਰੀਕ ਤੋਂ ਸ਼ਾਇਦ ਮੰਦਿਰ ਖੁੱਲ ਜਾਣਗੇ, ਤਾਂ ਮੰਦਿਰ ਖੁੱਲ ਰਹੇ ਆ, ਇਹਦੇ ਬਾਰੇ ਕੋਈ ਜਾਣਕਾਰੀ ਹੈ? ਅਸੀਂ ਖੋਲ੍ਹਣਾ ਚਾਹੁੰਦੇ ਆ, ਜੋ ਕੇਂਦਰ ਸਰਕਾਰ ਦੀ ਗਾਈਡਲਾਈਨ ਕੱਲ ਆਈ ਆ 8 ਜੂਨ ਤੋਂ ਮੰਦਿਰ ਖੋਲ੍ਹਣ ਦੀ, ਉਹਦੇ ਵਾਸਤੇ ਅਸੀਂ ਆਪਣੀਆਂ ਪ੍ਰੈਪਰੇਸ਼ਨਸ ਜਿਹੜੀਆਂ ਪਹਿਲੇ ਬਿਗਿਨ ਕਰ ਲਈਆਂ ਆ ਜੋ ਵੀ, ਲੇਕਿਨ ਹਾਲੇ ਤੱਕ ਸਾਨੂੰ ਪ੍ਰੋਪਰ ਗਾਈਡਲਾਈਨਸ ਨਹੀਂ ਆਈਆਂ। ਸੋ ਵੀ ਆਰ ਵੇਟਿੰਗ ਫॉर ਦੋਜ਼ ਗਾਈਡਲਾਈਨਸ ਫਰੋਮ ਗਵਰਨਮੈਂਟ ਆਫ ਇੰਡੀਆ ਐਂਡ ਸਟਿਲ ਵੀ ਆਰ ਆਲਸੋ ਵੇਟਿੰਗ ਫਰੋਮ ਗਾਈਡਲਾਈਨਸ ਫਰੋਮ ਪੰਜਾਬ ਗਵਰਨਮੈਂਟ ਆਲਸੋ। ਸੋ ਦੇਖਦੇ ਪੰਜਾਬ ਗਵਰਨਮੈਂਟ ਕਿਆ ਉਹਦੇ ਵਿੱਚ ਛੂਟ ਦਿੰਦੀ ਹੈ। ਸੋ ਜੋ ਪੰਜਾਬ ਗਵਰਨਮੈਂਟ ਦੇ ਆਰਡਰ ਆਏ ਵਿਦ ਸੈਂਟਰ ਗਵਰਨਮੈਂਟ ਦੀਆਂ ਗਾਈਡਲਾਈਨਸ ਨੂੰ ਆਪਾਂ ਪ੍ਰੋਪਰ ਮਿਕਸ ਅਪ ਕਰਕੇ ਜੋ ਹੋਊਗਾ। ਸੱਚ ਜੀ, ਵੈਸੇ ਤੁਸੀਂ ਬਹੁਤ ਅੱਛੇ ਜਵਾਬ ਦੇ ਰਹੇ ਹੋ, ਮੈਨੂੰ ਲੱਗਦਾ ਉਮੀਦ ਹੈ ਕਿ ਆਮ ਦਰਸ਼ਕਾਂ ਤੱਕ ਵੀ ਤੁਹਾਡੀ ਜਿਹੜੀ ਅਪਰੋਚ ਆ, ਤੁਹਾਡੇ ਇਮੋਸ਼ਨਸ ਆ ਪਹੁੰਚ ਰਹੇ ਹੋਣਗੇ। ਪਰ ਇੱਥੇ ਨਾ ਮੇਰਾ ਇੱਕ ਪਰਸਨਲ ਸਵਾਲ ਆ, ਸ਼ਾਇਦ ਤੁਸੀਂ ਯਾਦ ਹੋਵੇਗਾ, ਤੁਸੀਂ ਮੇਰੇ ਨਾਲ ਅਸੀਂ ਇੱਕ ਸੇਮ ਸਕੂਲ ਤੋਂ ਪੜ੍ਹੇ ਹੋਏ ਹਾਂ, ਤੁਸੀਂ ਸ਼ਾਇਦ 5-6 ਸਾਲ ਮੇਰੇ ਤੋਂ ਸੀਨੀਅਰ ਸੀ। ਮੈਂ ਉੱਥੇ ਤੁਹਾਨੂੰ ਦੇਖਦਾ ਹੁੰਦਾ, ਤੁਸੀਂ ਬਹੁਤ ਸਪੌਂਟੇਨੀਅਸ ਸੀਗੇ, ਤੁਸੀਂ ਬਹੁਤ ਸੰਜੀਦਾ ਸੀਗੇ, ਸ਼ਾਇਦ ਹੁਣ ਵੀ ਹੋ ਤੁਸੀਂ, ਇਹਦੇ ਵਿੱਚ ਕੋਈ ਨੋ ਡਾਊਟ। ਪਰ ਕੀ ਹੁੰਦਾ ਪੋਲੀਟਿਕਸ 'ਚ ਆਉਣ 'ਚ ਬਾਅਦ ਬੰਦੇ ਅੰਦਰ ਇੰਨਾ ਅਗਰੈਸ਼ਨ ਆ ਜਾਂਦਾ, ਇੰਨਾ ਅਗਰੈਸਿਵ ਹੋ ਜਾਂਦਾ ਕਿ ਤੁਸੀਂ ਜਿਹੜਾ ਆ ਡਾਕਟਰ ਸੁੱਖੀ ਉਹਨਾਂ ਨੇ ਕਿਤੇ ਉਹਨਾਂ ਦੀ ਕੋਈ ਪੋਸਟ ਸੀ ਉੱਥੇ ਡਾਇਰੈਕਟ ਜਾ ਕੇ ਕੌਮੈਂਟ ਕਰ ਦਿੱਤਾ ਕਿ ਡਾਕਟਰ ਸੁੱਖੀ ਡਰਪੋਕ ਨੇ, ਉਹਨਾਂ ਦੀ ਟੀਮ ਡਰਪੋਕ ਹੈ। ਇਹ 40 ਦਿਨ ਬਾਅਦ ਹੁਣ ਉੱਠ ਕੇ ਬਾਹਰ ਆ ਗਏ ਨੇ ਜਦੋਂ ਕਰੋਨਾ ਦਾ ਜਿਹੜਾ ਆ ਡਰ ਆ ਉਹ ਘਟ ਗਿਆ। ਇਹਦੇ ਕਮੈਂਟ ਪਿੱਛੇ ਕੀ ਕਾਰਨ ਸੀ ਕਿ ਇੰਨਾ ਅਗਰੈਸ਼ਨ ਕਿਉਂ, ਕਿ ਤੁਸੀਂ ਜਿਹੜੀ ਕਾਂਗਰਸ ਦੀ ਪੋਲੀਟੀਕਲ ਪਾਰਟੀ ਉਹਨੂੰ ਇੰਨਾ ਆਪਣਾ ਫੈਮਿਲੀ ਮੰਨਦੇ ਹੋ, ਜਾਂ ਉਹੀ ਸਭ ਕੁਝ ਹੋ ਗਿਆ ਹੁਣ ਉਹੀ ਧਰਮ ਹੋ ਗਿਆ? ਨਹੀਂ, ਬਿਲਕੁਲ ਗਲਤ। ਅਗਰੈਸ਼ਨ ਦੀ ਜਿਹੜੀ ਗੱਲ ਆ ਗਈ, ਮੈਂ ਤੁਹਾਨੂੰ ਇਸ ਚੀਜ਼ ਦਾ ਜਵਾਬ ਦਿੰਦਾ। ਸਭ ਤੋਂ ਪਹਿਲੀ ਗੱਲ ਕਿ ਜਿਹੜਾ ਮੇਰਾ ਉੱਥੇ ਕਮੈਂਟ ਸੀਗਾ ਉਹ ਇੰਨਾ ਜ਼ਿਆਦਾ ਅਗਰੈਸਿਵ ਨਹੀਂ ਸੀ ਜੀ। ਡਾਕਟਰ ਸੁੱਖੀ ਜਿਹੜੇ ਹੈਗੇ ਐਮਐਲਏ ਫਰੋਮ ਬੰਗਾ ਜੀ, ਮੈਂ ਉਹਨਾਂ ਦੀ ਰਿਸਪੈਕਟ ਕਰਦਾ ਦਿਲੋਂ, ਬਹੁਤ ਹੀ ਅੱਛੇ ਇਨਸਾਨ ਆ। ਹੀ ਇਜ਼ ਅ ਥੋਰੋ ਜੈਂਟਲਮੈਨ ਐਂਡ ਹੀ ਇਜ਼ ਅ ਗੁੱਡ ਪੋਲੀਟੀਸ਼ੀਅਨ ਟੂ। ਸੋ ਉਹਨਾਂ ਦੀ ਮੈਂ ਦਿਲੋਂ ਰਿਸਪੈਕਟ ਕਰਦਾ ਆ। ਬਟ ਪ੍ਰੋਬਲਮ ਇਜ਼ ਕਿ ਜਦੋਂ ਕਰੋਨਾ ਮਹਾਮਾਰੀ ਜਿਹੜੀ ਆ ਸਟਾਰਟ ਹੋਈ ਔਰ ਜਦੋਂ ਸਾਡੇ ਪੰਜਾਬ ਵਿੱਚ ਕਰਫਿਊ ਲੱਗਾ, ਕਿਸੇ ਵੀ ਪਾਰਟੀ ਨੇ ਹੋਰ ਨੇ ਬਾਹਰ ਨਹੀਂ ਨਿਕਲੇ, ਕੋਈ ਬਾਹਰ ਨਹੀਂ ਆਇਆ। ਤੁਸੀਂ ਬਿਲਕੁਲ ਪਰ ਉਹ ਕਹਿੰਦੇ ਕਿ ਮੈਂ ਪਠਲਾਵੇ ਗਿਆ, ਉਹ ਕਹਿੰਦੇ ਮੈਂ ਪਠਲਾਵੇ ਦਾ, ਤੁਸੀਂ ਚੈੱਕ ਕਰ ਸਕਦੇ ਜਿੱਥੇ ਸਭ ਤੋਂ ਪਹਿਲਾਂ ਹੀ ਕਰੋਨਾ ਫੈਲਿਆ, ਜਿੱਥੇ ਸਭ ਤੋਂ ਵੱਧ ਡਰ ਸੀਗਾ। ਮੈਂ ਤੁਹਾਨੂੰ ਦੱਸਦਾ ਜੀ, ਮੈਂ ਤੁਹਾਨੂੰ ਮੇਰੀ ਗੱਲ ਪੂਰੀ ਹੋਣ ਦਿਓ ਜੀ। ਕੋਈ ਵੀ ਪਾਰਟੀ ਜਾਂ ਇਸ ਅਕਾਲੀ ਪਾਰਟੀ ਦਾ ਵਰਕਰ ਸਿਰਫ 1-2 ਜਣਿਆਂ ਨੂੰ ਛੱਡ ਕੇ ਜਾਂ ਕੋਈ ਵੀ ਲੀਡਰ ਜਿਹੜੇ ਇਹਨਾਂ ਦੇ ਹਲਕਾ ਇੰਚਾਰਜ ਸੀ, ਆਪਣੇ ਵਾਸ ਸਾਹਿਬ ਜਿਹਨਾਂ ਨੇ ਇੱਥੋਂ ਇਲੈਕਸ਼ਨ ਲੜਿਆ, ਉਹ ਮੇਰੇ ਖਿਆਲ ਘੱਟੋ ਘੱਟ 40 ਦਿਨ ਤੱਕ ਨਵਾਂ ਸ਼ਹਿਰ ਨਹੀਂ ਐਂਟਰ ਹੋਏ ਜੀ। ਸੋ ਮੇਰੇ ਮਨ ਦੇ ਅੰਦਰ ਇੱਕ ਥੋੜਾ ਜਿਹਾ ਗੁੱਸਾ ਸੀ, ਇਸ ਗੱਲ ਨੂੰ ਰੋਸ਼ ਸੀ। ਸੋ ਚਾਹੇ ਮੈਂ ਖੁਦ ਇੱਕ ਪੋਲੀਟੀਸ਼ੀਅਨ ਹਾਂ, ਲੇਕਿਨ ਫਿਰ ਵੀ ਮੈਂ ਨਵਾਂ ਸ਼ਹਿਰ ਦਾ ਵਾਸੀ ਹਾਂ। ਸੋ ਪਬਲਿਕ ਦਾ ਮੈਂ ਨੁਮਾਇੰਦਾ ਹਾਂ। ਸੋ ਮੇਰੇ ਪਬਲਿਕ ਵੱਲੋਂ ਮੇਰੇ ਮਨ ਦੇ 'ਚ ਇੱਕ ਅਗਰੈਸ਼ਨ ਸੀ ਕਿ ਇਹ ਲੋਕ ਹਮੇਸ਼ਾ ਵੱਡੇ ਜਿਹੜੇ ਵਾਅਦੇ ਕਰਦੇ ਆ, ਜਿਹੜੀਆਂ ਇਹ ਪਾਰਟੀਆਂ ਵਾਅਦੇ ਕਰਦੀਆਂ, ਇਹ ਹੁਣ ਜਦੋਂ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਉਸ ਵੇਲੇ ਕਿਉਂ ਅੰਦਰਾਂ 'ਚ ਬੜੇ ਹੋਏ ਆ। ਜੇ 1-2 ਦਿਨ ਕੋਈ ਬਾਹਰ ਨਿਕਲਿਆ ਵੀ ਹੋਊਗਾ, ਮੈਨੂੰ ਲੱਗਦਾ ਕਿ ਸਿਰਫ ਤੁਹਾਨੂੰ ਨਹੀਂ ਲੱਗਦਾ ਉਹਨਾਂ ਨਾਲ ਪਿਆਰ ਨਾਲ ਗੱਲ ਕਰਕੇ ਉਹਨਾਂ ਨੂੰ ਕਿਹਾ ਜਾ ਸਕਦਾ ਸੀ ਕਿ ਆਓ ਆਪਾਂ ਇਕੱਠੇ ਰਲ ਕੇ, ਦੋਵੇਂ ਭਰਾ ਰਲ ਕੇ ਸੇਵਾ ਕਰਦੇ ਹਾਂ? ਇਦਾਂ ਨਹੀਂ ਹੋ ਸਕਦਾ? ਦੇਖੋ ਜੀ, ਉਹਨਾਂ ਦਾ ਕੱਦ ਮੇਰੇ ਤੋਂ ਬਹੁਤ ਵੱਡਾ ਆ ਜੀ। ਮੈਂ ਇੱਕ ਛੋਟਾ ਜਿਹਾ ਨੁਮਾਇੰਦਾ ਆ ਪਬਲਿਕ ਦਾ, ਉਹ ਬਹੁਤ ਵੱਡੇ ਲੀਡਰ ਹੈਗੇ ਆ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਮੈਂ ਉਹਨਾਂ ਦੀ ਪ੍ਰੋਪਰ ਰਿਸਪੈਕਟ ਕਰਦਾ, ਬਹੁਤ ਅੱਛੇ ਇਨਸਾਨ ਵੀ ਆ ਉਹ। ਪਰ ਜਿੱਥੇ ਗੱਲ ਆ ਗਈ ਪਬਲਿਕ ਦੇ ਨੂੰ ਫੈਸਿਲਿਟੇਟ ਕਰਨ ਦੀ, ਬੁਰਾ ਨਾ ਮੰਨਿਓ, ਉਹ ਤੇ ਉਹਨਾਂ ਦੀ ਪਾਰਟੀ ਜਿਹੜੀ ਆ ਕਿਤੇ ਨਾ ਕਿਤੇ ਉਹ ਲੈਗ ਬਿਹਾਈਂਡ ਕੀਤਾ ਉਹਨਾਂ ਨੇ। ਦੇਖੋ, ਅਸੀਂ ਬੁਰਾ ਨਹੀਂ ਮੰਨਦੇ, ਪਰ ਉਹਨਾਂ ਦੀ ਪਾਰਟੀ ਨੇ ਜ਼ਰੂਰ ਬੁਰਾ ਮਨਾਇਆ ਤੇ ਉਹ ਇਹ ਵੀ ਕਹਿੰਦੇ ਨੇ ਕਿ ਅਸੀਂ ਬਿਲਕੁਲ ਬਕਾਇਦਾ ਤਿਆਰ ਹਾਂ। ਸਾਡੇ ਚੈਨਲ ਤੇ ਉਹਨਾਂ ਨੇ ਗੱਲ ਪੁੱਟ ਅਪ ਕੀਤੀ ਆ ਕਿ ਤੁਸੀਂ ਡਿਬੇਟਸ ਕਰਾਓ, ਅਸੀਂ ਕਾਂਗਰਸੀ ਲੀਡਰਸ ਨਾਲ, ਨੁਮਾਇੰਦਿਆਂ ਨਾਲ ਬਹਿ ਕੇ ਡਿਬੇਟਸ ਕਰਨਾ ਚਾਹੁੰਦੇ ਹਾਂ। ਅਸੀਂ ਤੁਹਾਨੂੰ ਇਹ ਕੁਐਸਚਨ ਪੁੱਛਦੇ, ਅਗਰ ਇਨ ਫਿਊਚਰ ਅਸੀਂ ਕੋਈ ਡਿਬੇਟ ਆਰਗੇਨਾਈਜ਼ ਕਰਦੇ ਹਾਂ ਤਾਂ ਕੀ ਤੁਹਾਡੇ ਕਾਂਗਰਸ ਦੇ ਵਿੱਚੋਂ ਲੀਡਰਸ ਆ ਕੇ ਉਹਨਾਂ ਨਾਲ ਡਿਬੇਟ ਕਰ ਸਕਣਗੇ? ਦੇਖੋ, ਜਿਹੜੀ ਤੁਸੀਂ ਡਿਬੇਟਸ ਦੀ ਗੱਲ ਕਰਦੇ ਆ ਜੀ,
ਅਸੀਂ ਕਦੀ ਵੀ, ਕਿਉਂਕਿ ਜਿਹੜਾ ਬੰਦਾ ਸੱਚਾ ਹੁੰਦਾ ਕਦੀ ਵੀ ਡਿਬੇਟ ਕਰਨ ਤੋਂ ਨਹੀਂ ਡਰਦਾ, ਸੋ ਅਸੀਂ ਡਿਬੇਟ ਕਰਨ ਤੋਂ ਬਿਲਕੁਲ ਨਹੀਂ ਡਰਦੇ। ਲੇਕਿਨ ਇਹ ਸਮਾਂ ਜਿਹੜਾ ਆ ਉਹ ਡਿਬੇਟਸ ਦਾ ਨਹੀਂ ਆ, ਇਹ ਸਮਾਂ ਹੈ ਇਸ ਜਿਹੜੀ ਕੋਵਿਡ-19 ਦੀ ਬਿਮਾਰੀ ਆ ਉਹਦੇ ਨਾਲ ਅਸੀਂ ਸਾਰੇ ਰਲ ਮਿਲ ਕੇ ਚੱਲੀਏ ਅਤੇ ਉਹਦਾ ਮੁਕਾਬਲਾ ਕਰੀਏ, ਨਾ ਕਿ ਡਿਬੇਟਸ ਵੱਲ ਪਈਏ ਜਾਂ ਘਟੀਆ ਰਾਜਨੀਤੀ ਵੱਲ ਪਈਏ। ਮੈਂ ਪਹਿਲੇ ਦਿਨ ਤੋਂ ਹੀ ਆਪਣੇ ਮੀਡੀਆ ਰਾਹੀਂ, ਇਹ ਸੋਸ਼ਲ ਮੀਡੀਆ ਰਾਹੀਂ ਬੇਨਤੀ ਕਰਦਾ ਰਿਹਾ ਕਿ ਇਹ ਰਾਜਨੀਤੀ ਦਾ ਸਮਾਂ ਨਹੀਂ ਆ। ਰਾਜਨੀਤੀ ਲਈ ਸਾਰੀ ਉਮਰ ਪਈ ਆ। ਜਦੋਂ ਇਹ ਮਹਾਮਾਰੀ ਚਲੀ ਜਾਊਗੀ ਉਦੋਂ ਅਸੀਂ ਡਿਬੇਟ ਵੀ ਕਰਾਂਗੇ, ਉਦੋਂ ਅਸੀਂ ਦੱਸਾਂਗੇ ਵੀ ਕਿ ਅਸੀਂ ਕੀ ਕੀਤਾ। ਵੈਸੇ ਮੈਂ ਨਹੀਂ ਚਾਹੁੰਦਾ ਕਿ ਅਸੀਂ ਦੱਸੀਏ, ਸਾਰੀ ਪਬਲਿਕ ਨੂੰ ਹੀ ਪਤਾ ਹੈ, ਚਾਹੇ ਵੱਖ-ਵੱਖ ਨਿਊਜ਼ਪੇਪਰ ਲੈ ਲਓ, ਸਾਡਾ ਸੋਸ਼ਲ ਮੀਡੀਆ ਪਲੇਟਫਾਰਮ ਲੈ ਲਓ, ਫੇਸਬੁੱਕ ਲੈ ਲਓ, MLA ਸਾਹਿਬ ਦਾ ਸੋਸ਼ਲ ਮੀਡੀਆ ਪਲੇਟਫਾਰਮ ਲੈ ਲਓ। ਸਾਡੇ ਅਸੀਂ ਜੋ ਕੀਤਾ ਫਰੋਮ ਦ ਫਸਟ ਡੇ ਆਫ ਕਰਫਿਊ, ਉਸ ਤੋਂ ਲੈ ਕੇ ਅੱਜ ਤੱਕ ਅਸੀਂ ਜੋ ਕੀਤਾ ਔਰ ਜੋ ਅੱਗੇ ਕਰਨਾ ਆ ਉਹ ਹਮੇਸ਼ਾ ਅਸੀਂ ਅਪਡੇਟ ਕਰਦੇ ਰਹਾਂਗੇ। ਉਹ ਇਸ ਕਰਕੇ ਅਪਡੇਟ ਕਰਾਂਗੇ, ਸਿਰਫ ਆਪਣੀ ਕੋਈ ਐਡਵਰਟਾਈਜ਼ਮੈਂਟ ਨਹੀਂ ਕਰਦੇ, ਉਹ ਇਸ ਕਰਕੇ ਅਪਡੇਟ ਕਰਾਂਗੇ ਕਿ ਅਸੀਂ ਲੋਕਾਂ ਨੂੰ ਸੁਚੇਤ ਕਰ ਸਕੀਏ, ਆਪਣੇ ਪਬਲਿਕ ਨੂੰ ਦੱਸ ਸਕੀਏ ਅਸੀਂ ਹਰ ਵਕਤ ਤੁਹਾਡੇ ਨਾਲ ਖੜੇ ਆ, ਕੋਈ ਪੈਨਿਕ ਹੋਣ ਦੀ ਲੋੜ ਨਹੀਂ। ਔਰ ਜਿਹੜੇ ਸਾਡੇ ਰਾਜਨੀਤਿਕ ਵੀ ਵਿਰੋਧੀ ਵੀ ਹੈਗੇ ਉਹਨਾਂ ਨੂੰ ਵੀ ਅਸੀਂ ਅੱਜ ਮੈਂ ਤੁਹਾਡੇ ਥਰੂ ਇਹ ਮੈਸੇਜ ਦੇਣਾ ਚਾਹੁੰਦਾ ਕਿ ਆਪਾਂ ਹਰ ਵਕਤ ਤੁਹਾਡੇ ਨਾਲ ਤਿਆਰ ਖੜੇ ਹਾਂ, ਤੁਸੀਂ ਸਾਨੂੰ ਜੁਆਇਨ ਕਰੋ। ਅਸੀਂ ਅੱਗੇ ਵੀ ਤੁਹਾਨੂੰ ਸੁਨੇਹੇ ਭੇਜੇ ਆ, ਤੁਸੀਂ ਆਪ ਨਹੀਂ ਆਏ। ਇਹ ਬਹੁਤ ਅੱਛਾ ਮੈਸੇਜ ਦੇ ਰਹੇ ਨੇ ਜੀ ਦੀਵਾਨ ਸਾਹਿਬ ਕਿ ਵਿਰੋਧੀਆਂ ਨੇ ਜਿਨ੍ਹਾਂ ਨੇ ਗੱਲ ਚੱਕੀ ਸੀ ਕਿ ਸਾਨੂੰ ਪੁੱਛਦੇ ਨਹੀਂ, ਉਹਨਾਂ ਨੂੰ ਮੈਸੇਜ ਦੇ ਰਹੇ ਨੇ ਕਿ ਤੁਸੀਂ ਸਾਡੇ ਤੱਕ ਅਪਰੋਚ ਕਰੋ, ਜੇ ਅਸੀਂ ਤੁਹਾਡੇ ਤੱਕ ਕਰਦੇ ਹਾਂ, ਰਲ ਮਿਲ ਕੇ ਜਿਹੜੀ ਆਮ ਪਬਲਿਕ ਉਹਦੀ ਸੇਵਾ ਕੀਤੀ ਜਾਵੇ। ਇਹ ਘਟੀਆ ਰਾਜਨੀਤੀ ਦਾ ਸਮਾਂ ਨਹੀਂ ਆ, ਇਹ ਸਮਾਂ ਆ ਇਕੱਠੇ ਹੋ ਕੇ ਚੱਲਣ ਦਾ। ਸੋ ਸਚਿਨ ਜੀ, ਜਾਂਦੇ ਨਾ ਇੱਕ ਸਵਾਲ ਤੁਹਾਡੇ ਵਾਰਡ 'ਚ ਮੈਂ ਪੁੱਛਣਾ ਚਾਹੁੰਦਾ, ਉੱਥੇ ਵਾਹਿਗੁਰੂ ਨਗਰ ਤੁਹਾਡੇ ਵਾਰਡ ਵਿੱਚ ਇਹ ਆਉਂਦਾ ਆ, ਉਹ ਵਾਹਿਗੁਰੂ ਨਗਰ ਨਾਮ ਉਹਦਾ ਵਾਹਿਗੁਰੂ ਨਗਰ, ਪਰ ਐਂਟਰੀ ਵਿੱਚ ਹੀ ਮਹੱਲਾ ਵਾਸੀ ਇਹ ਕਹਿੰਦੇ ਕੋਈ ਨਰਕ ਬਣਿਆ ਹੋਇਆ, ਉਹਦੀ ਸੜਕ ਦੀ ਹਾਲਤ ਬਹੁਤ ਖਸਤਾ ਆ, ਉੱਥੇ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਕਿਉਂਕਿ ਜਿਹੜੀ ਜਗ੍ਹਾ ਉੱਚੀ ਨੀਵੀਂ ਬਣੀ ਹੋਈ ਆ, ਕਿਸੇ ਨੇ ਸੀਵਰੇਜ ਉੱਚਾ ਬਣਾਤਾ, ਕਿਸੇ ਨੇ ਸੜਕ ਨੀਵੀਂ ਕਰ ਦਿੱਤੀ, ਉਹਦਾ ਹੱਲ ਕਦੋਂ ਹੋਏਗਾ ਜੀ? ਮੈਂ ਤੁਹਾਨੂੰ ਉਹਦੇ ਬਾਰੇ ਵੀ ਡਿਟੇਲ 'ਚ ਦੱਸਦਾ ਹਾਂ। ਕਈ ਵਾਰ ਸਾਡੇ ਪਬਲਿਕ ਨੂੰ ਪੂਰੀ ਡਿਟੇਲਸ ਨਹੀਂ ਪਤਾ ਹੁੰਦੀਆਂ। ਜਿਹੜੀ ਉਹ ਸੜਕ ਦੀ ਤੁਸੀਂ ਗੱਲ ਕਰ ਰਹੇ ਹੋ, ਵਾਹਿਗੁਰੂ ਨਗਰ ਦਾ ਕੁਛ ਇਲਾਕਾ ਜਿਹੜਾ ਆ ਉਹ ਮੇਰੇ ਵਾਰਡ ਨੰਬਰ 5 ਵਿੱਚ ਪੈਂਦਾ ਆ। ਸੋ ਜਿੰਨਾ ਇਲਾਕਾ ਮੇਰੇ ਵਾਰਡ ਵਿੱਚ ਪੈਂਦਾ ਆ ਔਰ ਜੋ ਨਗਰ ਕੌਂਸਲ ਦੀ ਲਿਮਿਟ ਵਿੱਚ ਆ, ਜੋ ਚੀਜ਼ਾਂ ਉਹ ਜਿੰਨੀਆਂ ਵੀ ਸੜਕਾਂ ਸੀਗੀਆਂ ਤੁਸੀਂ ਉਹ ਚੈੱਕ ਕਰ ਸਕਦੇ ਹੋ। ਮੈਂ ਆਪਣੇ ਵੱਲੋਂ ਸਾਰੀਆਂ ਬਣਾ ਚੁੱਕਾ ਹਾਂ। ਮੇਰੇ ਵੱਲੋਂ ਵਾਹਿਗੁਰੂ ਨਗਰ ਦੀ ਕੋਈ ਵੀ ਗਲੀ ਜਿਹੜੀ ਆ ਉਹ ਬਣਾਉਣ ਨੂੰ ਬਕਾਇਆ ਨਹੀਂ ਆ। ਜਿਹੜੀ ਸੜਕ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਪੰਜਾਬ ਮੰਡੀ ਬੋਰਡ ਦੀ ਸੜਕ ਆ, ਉਹ ਮੇਰੇ ਉਹਦੇ ਵਿੱਚੋਂ ਬਾਹਰੀ ਚੀਜ਼ ਹੈਗੀ ਆ। ਬਟ ਫਿਰ ਵੀ ਪਰ ਜਿਹੜੀ ਆਮ ਪਬਲਿਕ ਹੈ ਨਾ, ਉਹ ਤੁਹਾਡੇ ਤੇ ਆਸ ਰੱਖੀ ਬੈਠੀ ਆ ਕਿ ਤੁਸੀਂ ਕਰੋਗੇ। ਮੈਂ ਉਹੀ ਜਵਾਬ ਦੇਣ ਲੱਗ ਗਿਆ ਜੀ। ਤੁਸੀਂ ਮੈਨੂੰ ਇਹ ਸਵਾਲ ਕੀਤਾ, ਅੱਜ ਤੱਕ ਮੈਨੂੰ ਹੋਰ ਵੀ 1-2 ਜਣਿਆਂ ਨੇ ਇਹ ਸਵਾਲ ਪੁੱਛੇ ਸੀ। ਸੋ ਉਹਨਾਂ ਨੂੰ ਮੈਂ ਦੱਸ ਦੇਵਾਂ ਕਿ ਇਹ ਬੋਰਡ ਜਿਹੜੀ ਆ, ਇਹ ਸੜਕ ਜਿਹੜੀ ਆ ਮੰਡੀ ਬੋਰਡ ਦੀ ਸੜਕ ਆ, ਇਹ ਨਗਰ ਕੌਂਸਲ ਦੀ ਨਹੀਂ ਆ। ਨਗਰ ਕੌਂਸਲ ਵੱਲੋਂ ਸਾਰਾ ਕੁਝ ਜੋ ਆਪਾਂ ਕਰ ਸਕਦੇ ਸੀ ਮੈਂ ਉਹ ਕਰ ਚੁੱਕਾ, ਮੇਰੇ ਵਾਰਡ ਦੀਆਂ ਸਾਰੀਆਂ। ਪਰ ਫਿਰ ਇਹਦਾ ਹੱਲ ਕਦੋਂ ਹੋਊਗਾ? ਉਹਦਾ ਹੱਲ ਜਿਹੜਾ ਆ ਉਹਦੇ ਵਾਸਤੇ ਮੈਂ MLA ਸਾਹਿਬ ਨਾਲ ਔਰ ਮੰਡੀ ਬੋਰਡ ਦੇ ਜਿੰਨੇ ਵੀ ਅਫਸਰ ਸਾਹਿਬਾਨ ਆ ਉਹਨਾਂ ਤੱਕ ਤੁਹਾਡਾ ਮੈਸੇਜ ਜਿਹੜਾ ਆ ਔਰ ਪਬਲਿਕ ਦਾ ਮੈਸੇਜ ਪਹੁੰਚਾਉਣ ਦਾ ਔਰ ਕੋਸ਼ਿਸ਼ ਕਰੂੰਗਾ ਕਿ ਜਲਦ ਤੋਂ ਜਲਦ ਜਿਹੜਾ ਆ ਇਹ ਸੜਕ ਦਾ ਆਪਾਂ ਨਿਰਮਾਣ ਕਰਾ ਸਕੀਏ ਸਹੀ ਢੰਗ ਨਾਲ। ਸਚਿਨ ਜੀ, ਮੈਂ ਚਾਹੁੰਦਾ ਕਿ ਜਾਣਦੇ ਹੋ ਤੁਸੀਂ ਸਾਡੀ ਪਬਲਿਕ ਨੂੰ ਕੋਈ ਮੈਸੇਜ ਦੇ ਦਿਓ ਪ੍ਰੀਕਾਸ਼ਨਸ ਦੇ ਰਿਗਾਰਡਿੰਗ ਜਾਂ ਹੈਲਥ ਦੇ ਰਿਗਾਰਡਿੰਗ, ਕਿਉਂਕਿ ਜਿੱਦਾਂ ਹੁਣ ਸਰਕਾਰ ਚਲਾਨ ਵੀ ਕੱਟ ਰਹੀ ਆ ਅਤੇ ਲੋਕੀ ਤੁਹਾਨੂੰ ਸੁਣਦੇ ਨੇ। ਮੈਂ ਚਾਹੁੰਦਾ ਇੱਕ ਜ਼ਰੂਰ ਉਹਨਾਂ ਨੂੰ ਮੈਸੇਜ ਜਾਂਦੇ ਹੋ ਜ਼ਰੂਰ ਦੇ ਦਿਓ। ਦੇਖੋ, ਮੈਂ ਹੱਥ ਜੋੜ ਕੇ ਇਹੀ ਤੁਹਾਨੂੰ ਸਾਰਿਆਂ ਅੱਗੇ ਅਪੀਲ ਕਰ ਸਕਦਾ ਕਿ ਜੇ ਤੁਸੀਂ ਇਹ ਸੋਚ ਰਹੇ ਹੋ ਕਿ ਕਰੋਨਾ ਖਤਮ ਹੋ ਗਿਆ, ਇਹ ਗੱਲ ਬਿਲਕੁਲ ਗਲਤ ਆ। ਜਿਹੜੀ ਇਹ ਬਿਮਾਰੀ ਆ ਹਲੇ ਜੋ ਮੈਂ ਸੁਣ ਰਿਹਾ ਜਿੰਨੀਆਂ ਵੀ ਮੈਡੀਕਲ ਹਾਇਰ ਅਥਾਰਟੀਜ਼ ਆ ਹਲੇ ਉਹ ਸਾਰੀਆਂ ਦੱਸ ਰਹੀਆਂ ਕਿ ਇਹ ਮਹਾਮਾਰੀ ਹਲੇ ਜੁਲਾਈ, ਅਗਸਤ ਜਾਂ ਸੈਪਟੈਂਬਰ ਦੇ ਵਿੱਚ ਹੋਰ ਵਧਣ ਦਾ ਪੂਰਾ ਖਤਰਾ ਆ। ਸੋ ਅਸੀਂ ਬਿਲਕੁਲ ਵੀ ਇਹ ਨਾ ਦੇਖੀਏ ਕਿ ਕਰਫਿਊ 'ਚ ਰਿਲੈਕਸੇਸ਼ਨ ਹੋਇਆ। ਕਰਫਿਊ 'ਚ ਰਿਲੈਕਸੇਸ਼ਨ ਇਸ ਕਰਕੇ ਹੋਇਆ ਆ ਜਾਂ ਲੋਕਡਾਊਨ 'ਚ ਰਿਲੈਕਸੇਸ਼ਨ ਇਸ ਕਰਕੇ ਹੋਇਆ ਤਾਂ ਕਿ ਲੋਕ ਜਿਹੜੇ ਇਕਨੋਮਿਕਲੀ ਸਫਰ ਨਾ ਕਰਨ। ਸੋ ਔਰ ਜਿਹੜਾ ਸਾਨੂੰ ਟਾਈਮ ਚਾਹੀਦਾ ਸੀ ਪ੍ਰੈਪਰੇਸ਼ਨ ਲਈ ਸਰਕਾਰਾਂ ਨੂੰ, ਉਹ ਟਾਈਮ ਜਿਹੜਾ ਆ ਪਿਛਲੇ 2 ਮਹੀਨੇ 'ਚ ਸਰਕਾਰਾਂ ਨੂੰ ਇਨਫ ਟਾਈਮ ਮਿਲ ਚੁੱਕਾ ਆ। ਉਹਨਾਂ ਨੇ ਪ੍ਰੈਪਰੇਸ਼ਨਸ ਕਰ ਲਈਆਂ ਆ ਇਸ ਮਹਾਮਾਰੀ ਦੇ ਨਾਲ ਕੋਪ ਅਪ ਕਰਨ ਦੇ ਲਈ। ਹੁਣ ਸਮਾਂ ਆ ਪਬਲਿਕ ਨੂੰ ਇਸ ਚੀਜ਼ ਵਾਸਤੇ ਜਾਗਰੂਕਤਾ ਕਰਨ ਲਈ। ਆਪਣੀ ਜਿਹੜੀ ਸੋਸ਼ਲ ਡਿਸਟੈਂਸਿੰਗ ਹੈ ਉਹਨੂੰ ਪ੍ਰੋਪਰਲੀ ਫੋਲੋ ਕਰੋ। ਮਾਸਕ ਹਮੇਸ਼ਾ ਪਾ ਕੇ ਰੱਖੋ। ਜਦੋਂ ਵੀ ਕਦੀ ਬਾਹਰ ਜਾਂਦੇ ਹੋ, ਘਰ ਦੇ ਅੰਦਰ ਬੈਠੇ ਹੋ ਠੀਕ ਆ, ਮਾਸਕ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ। ਜਦੋਂ ਬਾਹਰ ਜਾਂਦੇ ਹੋ ਮਾਸਕ ਪਾਓ। ਹੱਥ ਆਪਣੇ ਜਿਹੜੇ ਆ ਥੋੜ੍ਹੇ ਚਾਹੇ ਘੰਟੇ ਬਾਅਦ ਜ਼ਰੂਰ ਧੋਵੋ ਸਾਬਣ ਦੇ ਨਾਲ ਜਾਂ ਉਹਨਾਂ ਨੂੰ ਸੈਨੀਟਾਈਜ਼ ਕਰੋ ਜੇ ਤੁਸੀਂ ਬਾਹਰ ਆ।
ਬਸ ਇਹੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ। ਤੇ ਇੱਕ ਗੱਲ ਮੈਂ ਬਹੁਤ ਇੰਪੋਰਟੈਂਟ ਆ, ਪਲੀਜ਼ ਮਾਈਂਡ ਨਾ ਕਰਿਓ, ਲੇਕਿਨ ਉਹ ਮੈਂ ਤੁਹਾਡੇ ਪਲੇਟਫਾਰਮ ਦੇ ਥਰੂ ਹੀ ਕਰਦਾ। ਇੱਕ ਲੋਕਾਂ ਨੇ ਬਹੁਤ ਗਲਤ ਅਫਵਾਹ ਜਿਹੜੀ ਆ ਉਹ ਫੈਲਾਉਣੀ ਸਟਾਰਟ ਕੀਤੀ ਹੋਈ ਆ ਕਿ ਕੁਝ ਲੋਕ ਮੈਂ ਸੁਣਦਾ ਕਹਿੰਦੇ ਜੀ ਕਰੋਨਾ ਕੁਛ ਨਹੀਂ ਆ, ਇਹ ਸਰਕਾਰਾਂ ਨੇ ਕੋਈ ਇੰਡੀਅਨ ਗਵਰਨਮੈਂਟ ਨੇ ਪਤਾ ਨਹੀਂ ਕਿ ਸਰਕਾਰ ਨੇ ਕੋਈ WHO ਵੱਲੋਂ ਇਹਨਾਂ ਨੂੰ ਕੋਈ ਪੈਸਾ ਮਿਲਦਾ ਹੈ ਕਿ ਜਿੰਨੇ ਪੇਸ਼ੈਂਟਸ ਆਉਂਦੇ ਆ ਪੋਜ਼ੀਟਿਵ, ਕਿ ਕੋਈ ਕਹਿੰਦਾ ਜੀ 2.5 ਲੱਖ ਰੁਪਏ ਮਿਲਦਾ, ਕੋਈ ਕਹਿੰਦਾ 3 ਲੱਖ ਮਿਲਦਾ WHO ਵੱਲੋਂ ਜਿਹੜੇ ਜਿੰਨੇ ਪੇਸ਼ੈਂਟਸ ਆਉਂਦੇ ਆ। ਸੋ ਇਹ ਜਿਹੜੀ ਤੁਹਾਡੀ ਇਹ ਅਫਵਾਹ ਆ, ਇਹ ਬਿਲਕੁਲ ਨਿਰਾਧਾਰ ਅਫਵਾਹ ਆ। ਇਹਨਾਂ ਅਫਵਾਹਾਂ ਦੇ ਮਗਰ ਨਾ ਲੱਗੋ। ਸਰਕਾਰ ਨੂੰ ਕਰੋਨਾ ਪੇਸ਼ੈਂਟ ਪੋਜ਼ੀਟਿਵ ਆਉਣ ਦਾ ਕੋਈ ਬੈਨੀਫਿਟ ਨਹੀਂ ਹੈਗਾ। ਈਵਨ ਸਰਕਾਰਾਂ ਤੇ ਇਹ ਬਰਡਨ ਆ, ਜਿੰਨੇ ਵੀ ਪੋਜ਼ੀਟਿਵ ਪੇਸ਼ੈਂਟ ਆਉਂਦੇ ਆ ਉਹ ਸਰਕਾਰਾਂ ਨੂੰ ਉਹਨਾਂ ਵਾਸਤੇ ਆਪਣੇ ਕੋਲੋਂ ਵੀ ਪੈਸਾ ਲਾਣਾ ਪੈ ਰਿਹਾ ਔਰ ਮਿਹਨਤ ਕਰਨੀ ਪੈ ਰਹੀ। ਇੰਨਾ ਜਿਹੜਾ ਹੈਲਥ ਸਟਾਫ ਆ, ਪੁਲਿਸ ਆ, ਸਾਰੇ ਮਹਿਕਮੇ ਡਟ ਕੇ ਲੱਗੇ ਹੋਏ ਆ। ਡਾਕਟਰਸ ਨੂੰ ਬਹੁਤ ਡਾਕਟਰਸ ਜਿੰਨੇ ਸਾਡੇ ਮੈਡੀਕਲ ਸਟਾਫ ਜਿੰਨੇ ਵੀ ਮਹਿਕਮੇ ਆ ਸਾਡੇ ਸਰਕਾਰੀ ਗੈਰ ਸਰਕਾਰੀ ਆ NGO ਸਾਰੇ ਡਟ ਕੇ ਲੱਗੇ ਹੋਏ ਆ। ਜੇ ਤੁਸੀਂ ਇੱਦਾਂ ਦੀਆਂ ਅਫਵਾਹਾਂ 'ਤੇ ਵਿਸ਼ਵਾਸ ਕਰੋਗੇ ਤੇ ਉਹਨਾਂ ਸਾਰਿਆਂ ਦੇ ਐਫਰਟਸ ਦਾ ਇੱਕ ਤਰ੍ਹਾਂ ਇਹ ਮਜ਼ਾਕ ਹੋਊਗਾ। ਸੋ ਇਹ ਝੂਠੀਆਂ ਅਫਵਾਹਾਂ ਆ। ਕੋਈ WHO ਵੱਲੋਂ ਫੰਡਿੰਗ ਨਹੀਂ ਆ ਰਹੀ ਪੇਸ਼ੈਂਟਸ ਵਾਸਤੇ ਕਿ ਜੀ ਇੰਨੇ ਪੇਸ਼ੈਂਟ ਨੂੰ ਕੋਈ 3 ਲੱਖ ਮਿਲ ਰਿਹਾ, 2.5 ਲੱਖ ਮਿਲ ਰਿਹਾ। ਇਹ ਟੋਟਲੀ ਨਿਰਾਧਾਰ ਆ, ਸਭ ਫਰਾਡ ਹੈ, ਸਭ ਫੇਕ ਨਿਊਜ਼ ਆ। ਇਹ ਫੇਕ ਨਿਊਜ਼ ਆ। ਤੁਸੀਂ ਚਾਹੇ WHO ਦੀ, ਮੈਂ ਪਰਸੋਂ ਇੱਕ ਪ੍ਰੈਸ ਬਰੀਫ ਦੇਖ ਰਿਹਾ ਸੀ, ਉਹਦੇ ਵਿੱਚ ਉਹਨਾਂ ਨੂੰ ਤਾਂ ਆਪਣੀ ਫੰਡਿੰਗ ਨਹੀਂ ਪੂਰੀ ਹੋ ਰਹੀ, ਉਹਨਾਂ ਨੇ ਕੀ ਫੰਡਿੰਗ ਕਰਨੀ ਤੁਸੀਂ ਵੀ ਸਮਝਦੇ ਹੋ ਕਿ ਉਹਨਾਂ ਨੂੰ ਤਾਂ ਆਪ ਫੰਡਿੰਗ ਦੀ ਜ਼ਰੂਰਤ ਹੁੰਦੀ ਹੈ। ਉਹਨਾਂ ਨੇ ਕੀ ਸਰਕਾਰਾਂ ਨੂੰ ਪੈਸੇ ਦੇਣੇ। ਇਹ ਗਲਤ ਅਫਵਾਹ, ਇਹਦੇ ਮਗਰ ਨਾ ਜਾਈਓ। ਕਰੋਨਾ ਇੱਕ ਸੀਰੀਅਸ ਕੰਡੀਸ਼ਨ ਆ, ਇਹਨੂੰ ਸੀਰੀਅਸਲੀ ਲਓ, ਤਾਂ ਹੀ ਆਪਾਂ ਇਹਦਾ ਮੁਕਾਬਲਾ ਜਿਹੜਾ ਡਟ ਕੇ ਸਾਰੇ ਰਲ ਮਿਲ ਕੇ ਕਰਾਂਗੇ। ਔਰ ਸਾਰੀਆਂ ਪਾਰਟੀਆਂ ਦੇ ਅੱਗੇ ਵੀ ਮੈਂ ਇਹੀ ਬੇਨਤੀ ਕਰਦਾ ਕਿ ਰਾਜਨੀਤੀ ਛੱਡ ਕੇ ਇਕੱਠੇ ਹੋ ਕੇ ਆਪਾਂ ਚੱਲੀਏ ਤੇ ਇਸ ਬਿਮਾਰੀ ਦਾ ਜਿਹੜਾ ਮੁਕਾਬਲਾ ਡਟ ਕੇ ਰਲ ਕੇ ਕਰੀਏ। ਸੋ ਸਚਿਨ ਜੀ, ਤੁਸੀਂ ਸਾਡੀ ਟੀਮ ਨੂੰ ਇੰਨਾ ਸਮਾਂ ਦਿੱਤਾ, ਅਸੀਂ ਬਹੁਤ ਤੁਹਾਡਾ ਸ਼ੁਕਰਾਨਾ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਆਮ ਪਬਲਿਕ ਹੈ ਉਹਨਾਂ ਨੂੰ ਵੀ ਕਾਫੀ ਮੈਸੇਜਸ ਮਿਲੇ ਹੋਣਗੇ। ਔਰ ਲਾਸਟ ਜਿਹੜਾ ਇਹਨਾਂ ਨੇ ਅਪਡੇਟ ਦਿੱਤੀ ਆ ਕਿ WHO ਵੱਲੋਂ ਇੱਦਾਂ ਦੀ ਕੋਈ ਗਾਈਡਲਾਈਨਸ ਜਿਹੜੀ ਉਹ ਨਹੀਂ ਆਈ ਹੈ ਕਿ ਜਦੋਂ ਕੋਈ ਪੇਸ਼ੈਂਟ ਸੰਕਰਮਿਤ ਹੁੰਦਾ ਤਾਂ ਉਹਨੂੰ ਪੈਸੇ ਮਿਲਦੇ ਆ। ਸੋ ਆਪਾਂ ਇਸ ਚੀਜ਼ ਦਾ ਮਜ਼ਾਕ ਨਾ ਬਣਾਈਏ, ਘਰ ਰਹੀਏ, ਪ੍ਰੀਕਾਸ਼ਨਸ ਰੱਖੀਏ। ਔਰ ਜਾਂਦੇ ਜਾਂਦੇ ਮੈਂ ਇੰਨਾ ਵੀ ਕਹਿਣਾ ਚਾਹਾਂਗਾ ਕਿ ਵਿਰੋਧੀਆਂ ਦੇ ਸਵਾਲ ਤਾਂ ਬਹੁਤ ਸੀ, ਸਚਿਨ ਉਹਨਾਂ ਨੇ ਬਹੁਤ ਵਧੀਆ ਜਵਾਬ ਦਿੱਤੇ ਨੇ ਔਰ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਫਿਰ ਤੋਂ ਕੋਈ ਸਵਾਲ ਹੋਇਆ ਤਾਂ ਇਹਨਾਂ ਤੱਕ ਪਹੁੰਚਾਵਾਂਗੇ, ਇਹਨਾਂ ਦਾ ਸਵਾਲ ਦੂਜੀ ਪਾਰਟੀ ਤੱਕ ਪਹੁੰਚਾਵਾਂਗੇ। ਪਰ ਅਖੀਰ 'ਚ ਅਸੀਂ ਵੀ ਇਹੀ ਕਹਿਣਾ ਚਾਹੁੰਦੇ ਹਾਂ ਕਿ ਗਿਲੇ ਸ਼ਿਕਵੇ ਦੂਰ ਕਰਕੇ ਸਾਰਿਆਂ ਨੂੰ ਇਸ ਮਹਾਂਮਾਰੀ ਵਿੱਚ ਰਲ ਕੇ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਹੈ। ਸੋ ਦੋਸਤੋ, ਇੰਨਾ ਹੀ ਕਹਿੰਦੇ ਹੋਏ ਆਪਣੇ ਛੋਟੇ ਵੀਰ ਦਿਨੇਸ਼ ਸੂਰੀ ਨੂੰ ਇਜਾਜ਼ਤ, ਰੱਬ ਰੱਖਾ। ਸਤਿ ਸ਼੍ਰੀ ਅਕਾਲ।